जिन्ना दर्शन किए तुहाडे अज जी। वाहिगुरू जी का खालसा वाहिगुरू जी की फतेह। वाहिगुरू जी का खालसा ਅੱਜ ਤੁਹਾਨੂੰ ਸਾਰੇ ਦਰਸ਼ਨ ਕਰਾ ਦੇਣੇ। ਮੈਂ ਸਾਰੇ ਯੂਜ਼ ਕਰ ਰਹੇ ਨੇ ਕਿ ਮੇਰੇ ਮਗਰ ਇੱਕ ਭਾਈ ਵੀ ਖਲੋਤਾ ਜੇ। ਹਾਂ ਜੀ ਪੈਨਸਲ ਹੈ ਜੀ ਪੈਨਸਲ ਹੈ ਜੀ। ਵੇਖ ਲਓ ਵੀ ਅੱਖਾਂ ਲਾਉਂਦਾ ਇਹਦੇ ਇਧਰ। ਮੈਂ ਹੁਣ ਕਿਤਾਬਾਂ ਦੀ ਮਗਰ ਲਾਇਬ੍ਰੇਰੀ ਲਾ ਦੇਣੀ ਆ। ਮੈਂ ਭਾਵੇਂ ਕਿਤਾਬ ਜ਼ਿੰਦਗੀ ਜੇ ਨਾ ਪੜ੍ਹੀ ਹੋਵੇ, ਕਿਤਾਬਾਂ ਦੀ ਲਾਇਬ੍ਰੇਰੀ ਲਾ ਸਕਦੇ ਹਾਂ ਕਿ ਦੁਨੀਆ ਕਿੰਨੀ ਸਾਇੰਸ ਵੱਧ ਗਈ ਹੈ। ਕੋਈ ਚੱਕਰ ਨਹੀਂ, ਜੇ ਤੁਸੀਂ ਨਹੀਂ ਪੜ੍ਹੇ ਹੁਣ ਇੰਨੀ ਦੁਨੀਆ ਨੂੰ ਪੜ੍ਹਾਉਣ ਤਾਂ ਡਏ ਹੋਣਾ ਜੀ। ਇਹੀ ਬਹੁਤ ਧੰਨਵਾਦ ਹੈ ਤੁਹਾਡਾ। ਲਿਖਤਾਂ ਦਿੱਤੀਆਂ ਜੀ, ਜੇ ਪੜ੍ਹੀਆਂ ਨਹੀਂ ਤਾਂ ਹੈ ਜੀ ਗੁਰੂ ਸਾਹਿਬ ਪੜ੍ਹੀਆਂ ਤਾਂ ਲਿਖਤਾਂ ਦਿੱਤੀਆਂ। ਹਾਂ ਨਹੀਂ ਅਸੀਂ ਤੇ ਆਪ ਪੜ੍ਹ ਰਹੇ ਹਾਂ। ਅਸੀਂ ਤੇ ਕਈ ਵਾਰੀ ਫੇਲ ਹੋਈਦਾ, ਫਿਰ ਕੋਸ਼ਿਸ਼ ਕਰੀਦੀ ਚੱਲ ਮਨਾ ਇੱਕ ਦੀ ਫੇਲ ਹੋਇਆ ਫਿਰ ਟਰਾਈ ਕਰਦੇ। ਚੰਗੀ ਤਰ੍ਹਾਂ ਪੜਾਉਣਾ। ਹਾਂਜੀ ਚੰਗੀ ਤਰ੍ਹਾਂ ਪੜਾਉਣਾ। ਨਹੀਂ ਮੈਂ ਤੇ ਆਪ ਪੜ੍ਹਦਾ ਪਿਆ, ਮੈਂ ਕਿਹਨੂੰ ਕੀ ਪੜਾਉਣਾ। ਅੱਛਾ ਨਿੱਜਰ ਸਾਹਿਬ, ਅੱਜ ਦੀ ਵਿਚਾਰ ਸ਼ੁਰੂ ਕਰੀਏ। ਹਾਂਜੀ ਦੇਖੀਏ ਕਿੱਥੋਂ ਬਾਣੀ ਚੋਂ ਕੀ ਸਿੱਖਣ ਨੂੰ ਮਿਲਦਾ ਆਪਾਂ ਨੂੰ। ਠੀਕ ਹੈ। ਅੱਜ ਆਪਾਂ ਜਿਹੜੇ ਕਬੀਰ ਜੀ ਦੇ ਸ਼ਲੋਕ ਲੈ ਰਹੇ ਹਾਂ ਉਹਦੇ ਵਿੱਚ 140 ਸ਼ਲੋਕ ਲੈ ਰਹੇ ਹਾਂ। 1371 1371 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦਰਜ ਹੈ। कबीर मेरी बुद्ध को जम न करे तिसकार, जिन्हें जमुआ सेवे सिरजिया सो जपिया परवरदिगार। कबीर जी चैलेंज कर रहे हैं, कहते मेरी बुद्धि जिहड़ी हैगी आ, जो जिस बुद्धि के अनुसार मैं जिहड़ा हैगा अपना जीवन यापन करदा हाँ, ਕਹਿੰਦੇ ਜੰਮ ਜਿਹੜਾ ਹੈਗਾ ਉਹਨੂੰ ਤਿਸਕਾਰ ਨਹੀਂ ਕਰ ਸਕਦਾ, ਉਹਨੂੰ ਰਿਜੈਕਟ ਨਹੀਂ ਕਰ ਸਕਦਾ। ਮੇਰੀ ਬੁੱਧੀ ਦੇ ਅਨੁਸਾਰ ਮੈਂ ਜੀਵਨ ਯਾਪਨ ਕੀਤਾ ਆ, ਉਹਨੂੰ ਜੰਮ ਜਿਹੜਾ ਹੈਗਾ ਰਿਜੈਕਟ ਨਹੀਂ ਕਰ ਸਕਦਾ। ਕਿਉਂ? ਕਿਉਂਕਿ ਕਹਿੰਦੇ ਜਿਹੜੀ ਮੇਰੀ ਬੁੱਧੀ ਆ ਉਹਦੇ ਨਾਲ ਮੈਂ ਉਹ ਸਿਰਜਣਹਾਰ ਮਾਲਕ ਪਰਮਾਤਮਾ ਨੂੰ ਜਪਿਆ ਹੈਗਾ, ਉਹਨੂੰ ਪਰਮੇਸ਼ਰ ਦਾ ਧਿਆਨ ਸਿਮਰਨ ਕੀਤਾ ਹੈ। ਉਹ ਮੇਰੀ ਬੁੱਧੀ ਨਹੀਂ ਆ, ਉਹ ਜਿਹੜੀ ਮੇਰੇ ਗੁਰੂ ਦੀ ਬ੍ਰਹਮ ਗਿਆਨੀਆਂ ਦੀ ਬੁੱਧੀ ਹੈ, ਉਹ ਗੁਰਮਤ ਹੈ, ਬ੍ਰਹਮ ਬੁੱਧੀ ਹੈਗੀ, ਉਹ ਵਿਵੇਕ ਬੁੱਧੀ ਹੈਗੀ ਹੈ। ਕਿਉਂਕਿ ਜਿਸ ਮਾਲਕ ਪਰਮਾਤਮਾ ਨੇ ਜੰਮ ਨੂੰ ਬਣਾਇਆ ਹੈਗਾ ਉਸ ਨੂੰ ਯਾਦ ਕੀਤਾ ਹੈ ਮੈਂ, ਜਿਹਦਾ ਕਰਿੰਦਾ ਹੈਗਾ ਜੰਮ। ਕਬੀਰ ਮੇਰੀ ਬੁੱਧ ਕੋ ਜੰਮ ਨਾ ਕਰੇ ਤਿਸਕਾਰ। ਇਸ ਕਰਕੇ ਭਾਈ ਆਪਾਂ ਕਿਉਂ ਨਾ ਜਿਹੜਾ ਹੈਗਾ ਆ ਬੁੱਧੀ ਲੈ ਕੇ ਜਿਹੜਾ ਹੈਗਾ ਆਪਾਂ ਵੀ ਉਹਦੇ ਅਨੁਸਾਰ ਜਿਹੜਾ ਹੈਗਾ ਆਪਣੇ ਜੀਵਨ ਨੂੰ ਘੜ ਲਈਏ। ਆਪਾਂ ਕੀ ਮਜਾ ਲਿਆ ਕਿ ਜੰਮ ਜਿਹੜਾ ਹੈਗਾ ਉਹ ਆਪਾਂ ਨੂੰ ਰਿਜੈਕਟ ਕਰਦਾ, ਆਪਣੇ ਤੋਂ ਕੁਐਸਚਨ ਕਰ ਲੈ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ, ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਰਦਿਗਾਰ। ਸਾਰੇ ਸੰਸਾਰ ਦਾ ਪਰਵਰਦਿਗਾਰ, ਪਾਲਣ ਪੋਸ਼ਣ ਕਰਨ ਵਾਲਾ, ਉਹ ਮਾਲਕ ਪਰਮਾਤਮਾ ਪੈਦਾ ਕਰਨ ਵਾਲਾ, ਉਹਨੂੰ ਜਪਿਆ ਆ। ਹਾਂਜੀ ਵੀਰ ਜੀ। ਸਾਧ ਸੰਗਤ ਜੀ ਦੇਖੋ, ਹੁਣ ਇੱਥੇ ਕਹਿੰਦੇ ਨੇ ਕਬੀਰ ਸਾਹਿਬ ਕਹਿ ਰਹੇ ਨੇ ਕਿ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ। ਤਿਸਕਾਰ ਦਾ ਮਤਲਬ ਆਪ ਸਾਰਿਆਂ ਨੂੰ ਪਤਾ ਹੈ, ਨਿਰਾਦਰੀ। ਆਪਾਂ ਕਹਿੰਦੇ ਨਾ ਕਿ ਕਿਸੇ ਨੇ ਜੇ ਮੇਰਾ ਨਿਰਾਦਰ ਕਰਤਾ, ਹਾਂ ਰਿਜੈਕਟ ਕਰਤਾ, ਮੇਰੀ ਰਿਜੈਕਟ ਕਰਤਾ ਨਾ। ਤੇ ਵੀਰ ਸਾਹਿਬ ਕਹਿੰਦੇ ਕਿ ਮੇਰੀ ਬੁੱਧੀ ਨੂੰ ਜਿਹੜਾ ਨਾ ਜੰਮ ਜਿਹੜਾ ਵਾ, ਕਹਿਣ ਤੋਂ ਭਾਵ ਹੈ ਕਿ ਜਮਦੂਤ, ਕਹਿਣ ਤੋਂ ਭਾਵ ਹੈ ਕਿ ਜਿਹੜੇ ਧਰਮਰਾਜ ਦਾ ਲੇਖਾ ਚੱਲੇਗਾ ਜਿੱਥੇ ਬੰਦੇ ਦਾ, ਜਿੱਥੇ ਚੰਗਿਆਈਆਂ ਬੁਰਾਈਆਂ ਵਾਚੇ ਧਰਮ ਅਧੂਰੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ।
ਦੇਖ ਲਓ ਬਾਣੀ 'ਚ ਲਿਖਿਆ ਵਾ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਧੂਰੇ। ਅਧੂਰੇ, ਹਾਂ ਬਿਲਕੁਲ। ਧਰਮੀ ਆਪੋ ਆਪਣੀ ਦੇ ਕਿਹੜੇ ਕੇ ਦੂਰੇ ਇਹ ਲਿਖਿਆ ਹੈ। ਪਰ ਕਿਹੜਾ ਸੋਚ ਕਿਸੇ ਨੂੰ ਪਤਾ ਹੈ ਤੁਕ ਦੇ ਬਾਰੇ? ਕੋਈ ਵੀ ਨਹੀਂ ਧਿਆਨ ਦਿੰਦਾ। ਹੁਣ ਇੱਥੇ ਉਹ ਕਹਿੰਦੇ ਨੇ ਕਿ ਕਬੀਰ ਸਾਹਿਬ ਕਹਿੰਦੇ ਨੇ ਕਿ ਮੈਨੂੰ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਮੇਰੇ ਕੋਲ ਵਿਵੇਕ ਬੁੱਧੀ ਹੈ। ਵੈਸੇ ਵੀ ਸਾਧ ਸੰਗਤ ਜੀ, ਜਦੋਂ ਤੁਸੀਂ ਭਗਤੀ ਕੀਤੀ ਤੇ ਜਦੋਂ ਤੁਹਾਡੇ ਅੰਦਰ ਆਤਮ ਗਿਆਨ ਪ੍ਰਾਪਤ ਹੋ ਗਿਆ, ਚੇਤਨਾ ਪ੍ਰਗਟ ਹੋ ਗਈ, ਫਿਰ ਬਹੁਤ ਮੁਸ਼ਕਿਲ ਹੈ ਤੁਹਾਡੇ ਲਈ ਮਾੜਾ ਕਰਮ ਕਰਨਾ। ਇਹ ਸੱਚ ਹੈਗਾ। ਕਬੀਰ तो जैसे जैसे गंगा नीर पासे लागे हर फिरे। कहत कबीर 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 मन निर्मल पया जैसे गंगा नीर पाछे लागो हर फिरे। कहत कबीर कबीर। हाँ ते हुण वो कहंदे ने कि मेरे मतलब कि हर लगे फिरे ते कहत कबीर कबीर। हुण इस चीज नूं आप समझो, क्लेम कर रहे ने मेरे ते ब्रह्म दे विच कोई भेद नहीं रहा। क्लेम तुसी किदां क्लेम करोगे? तुसी उन्हें कहोगे कि बंदा कर सकदा क्लेम। जदों जेड़े बच्चे ने नज़र साहब पूरी तैयारी कीती होवे, सारा पाठ याद कीता होवे, पूरा कॉन्फिडेंट हुंदा अपने काम दे उपर। उन्हें पता है कि मैं सारियां किताबां ਜਿਹੜੀਆਂ ਮੇਰੇ ਹੈ ਨੇ ਸਬਜੈਕਟ ਹੈਗੇ ਨੇ ਮੈਂ ਚੰਗੀ ਤਰ੍ਹਾਂ ਪੜ੍ਹ ਲਈਆਂ ਨੇ ਔਰ ਮੈਨੂੰ ਪਤਾ ਹੈ ਮੈਂ ਕੀ ਪੜ੍ਹਿਆ। ਔਰ ਉਹ ਫੇਲ ਨਹੀਂ ਹੁੰਦਾ ਕੋਈ ਕਿਤਾਬ ਫੇਲ ਨਹੀਂ ਹੁੰਦਾ। ਹਾਂ ਵੀ ਪਹਿਲਾ ਦੂਜਾ ਤੀਜਾ ਨਾ ਆਊਗਾ ਪਰ ਫੇਲ ਕਦੀ ਨਹੀਂ ਹੋਊਗਾ। ਹਾਂ ਉਹ ਬਹੁਤੀ ਗੱਲ ਤੇ ਬਹੁਤ ਉੱਪਰ ਤੇ ਨਹੀਂ ਜਾਊਗਾ, ਬਟ ਉਹਨੂੰ ਪਤਾ ਹੈ ਕਿ ਮੇਰੇ ਪੱਲੇ ਕੀ ਹੈ। ਇਸੇ ਹੀ ਤਰ੍ਹਾਂ ਜਦੋਂ ਕਬੀਰ ਸਾਹਿਬ ਨੇ ਆਪਣਾ ਜੀਵਨ ਬਤੀਤ ਕੀਤਾ ਉਸ ਸੱਚਾਈ ਦੇ ਨਾਲ ਬੁਰਾਈ ਨਹੀਂ ਆ ਸਕਦੀ। ਇਟ ਇਜ਼ ਨਾਟ ਪੋਸੀਬਲ। ਜਦੋਂ ਚੇਤਨਾ ਪ੍ਰਗਟ ਹੋ ਗਈ ਨਾ, ਦੇਖੋ ਇੱਕ ਤੇ ਤੁਹਾਨੂੰ ਕਿਸੇ ਨੇ ਕਹਿਤਾ ਵੀ ਏਦਾਂ ਝੂਠ ਨਾ ਬੋਲੋ, ਸੱਚ ਬੋਲੋ, ਮਿਹਨਤ ਕਰਕੇ ਖਾਓ, ਹੱਕ ਦਾ ਖਾਣਾ ਹੈ, ਇਮਾਨਦਾਰੀ ਨਾਲ ਚੱਲਣਾ ਹੈ, ਸੇਵਾ ਕਰਨੀ ਹੈ, ਦਾਨ ਕਰਨਾ ਹੈ, ਪੁੰਨ ਕਰਨਾ ਹੈ, ਭਗਤੀ ਕਰਨੀ ਹੈ। ਇਹ ਤੇ ਕਿਸੇ ਨੇ ਕਹਿਤਾ ਤਾਂ ਤੁਸੀਂ ਕਰ ਲਿਆ, ਇੱਕ ਅਲੱਗ ਚੀਜ਼ ਹੈ। ਪਰ ਅਸਲ ਦੇ ਵਿੱਚ ਜਦੋਂ ਤੁਹਾਡੀ ਚੇਤਨਾ ਪ੍ਰਗਟ ਹੋ ਗਈ, ਤੁਹਾਡੀ ਸੁਰਤੀ ਵਰਤਮਾਨ ਕਾਲ 'ਚ ਆ ਜਾਂਦੀ ਨਾ, ਜਦੋਂ ਇਹ ਬਾਈ ਪ੍ਰੋਡਕਟ ਆ ਸਾਰਾ ਕੁਝ, ਤੁਹਾਨੂੰ ਕਰਨ ਦੀ ਲੋੜ ਨਹੀਂ ਪੈਂਦੀ, ਆਪਣੇ ਆਪ ਹੀ ਹੋਊਗਾ, ਤੁਹਾਡੇ ਤੋਂ ਹੋਊਗਾ। ਤੁਸੀਂ ਦੇਖੋ ਕਿੰਨੀ ਬੁਰਾਈ ਤੁਹਾਡੇ ਨਾਲ ਆਲਰੇਡੀ ਝੜ ਚੁੱਕੀ ਹੈ ਤੇ ਉਹ ਤੁਸੀਂ ਝਾੜੀ ਨਹੀਂ ਹੈ, ਆਟੋਮੈਟਿਕਲੀ ਤੁਹਾਡੇ ਤੋਂ ਦੂਰ ਹੋ ਰਹੀ ਹੈ। ਜਿੱਦਾਂ ਬੁਖਾਰ ਨੂੰ ਉਤਾਰਨ ਵਾਸਤੇ ਆਪਾਂ ਦਵਾਈ ਖਾਂਦੇ ਹਾਂ, ਫਿਰ ਬੁਖਾਰ ਨੂੰ ਆਪਾਂ ਕੁਛ ਨਹੀਂ ਕਹਿੰਦੇ, ਬੁਖਾਰ ਆਪਣੇ ਆਪ ਹੀ ਸਰੀਰ ਦਾ ਤਿਆਗ ਕਰ ਦਿੰਦਾ। ਇਸੇ ਤਰ੍ਹਾਂ ਆਦਿ ਵਿਆਧੀ ਨਜ਼ਰ ਸਾਹਿਬ ਕਿਹੜੇ ਬੁਖਾਰ ਨੇ? ਆਦਿ ਵਿਆਧੀ ਉਪਾਧੀ ਆਵੇ ਜਿਹੜੇ ਬੁਖਾਰ ਨੇ ਕਹਿੰਦੇ ਬੰਦੇ ਦੇ ਕੋਲੋਂ ਆਪਣੇ ਆਪ ਹੀ ਦੂਰ ਹੋ ਜਾਂਦੇ ਨੇ ਜਦੋਂ ਨਾਮ ਰੂਪੀ ਸ਼ਕਤੀ ਦੀ ਦਵਾਈ ਖਾਂਦੇ ਆਪਾਂ। ਠੀਕ ਹੈ ਜੀ, ਕਬੀਰ ਸਾਹਿਬ ਇਹ ਸਮਝਾ ਰਹੇ ਨੇ ਕਿ ਮੇਰੀ ਬੁੱਧੀ ਦੇ ਵਿੱਚ ਹੁਣ ਕੋਈ ਮਾੜਾ ਕੰਮ ਨਹੀਂ ਹੁੰਦਾ ਤੇ ਜੇ ਮੇਰੀ ਬੁੱਧੀ ਪਾਕ ਹੋ ਗਈ ਆ, ਪਵਿੱਤਰ ਹੋ ਗਈ ਆ, ਤੇ ਫਿਰ ਮੈਨੂੰ ਜਮਾਂ ਦਾ ਡਰ ਵੀ ਨਹੀਂ। ਹੁਣ ਮੇਰਾ ਜੰਮ ਕੁਛ ਨਹੀਂ ਕਰ ਸਕਦੇ। ਜੋ ਕਰਨਾ ਸੀ ਆਲਰੇਡੀ, ਜਿਹੜਾ ਚੈਪਟਰ ਸੀ ਰੈਡੀ ਆ, ਮੈਂ ਕਰ ਲਿਆ ਹੈ ਪੂਰਾ। ਮੈਂ ਆਪਣਾ ਸਾਰਾ ਸਬਕ ਕਰਕੇ ਬੈਠਾ ਹੋਇਆ, ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈ। ਇੱਕ ਤੇ ਤੁਹਾਨੂੰ ਕੋਈ ਕਹਿ ਦਿੰਦਾ ਨਾ ਕਿ ਤੁਹਾਨੂੰ ਕੋਈ ਸਤਿਗੁਰੂ ਪਤਾ ਨਹੀਂ ਕਿੱਥੇ ਲੈ ਜਾਊਗਾ, ਉਹ ਇੱਕ ਕਲਪਨਾ ਹੈ, ਤੁਹਾਨੂੰ ਕਿਸੇ ਨੇ ਦੱਸਤਾ। ਇੱਥੇ ਕਬੀਰ ਜੀ ਸੈਲਫ ਕਲੇਮ ਕਰ ਰਹੇ ਨੇ ਆਪਣੇ ਆਪ ਤੇ ਕਿ ਮੈਨੂੰ ਹੁਣ ਕਿਸੇ ਦਾ ਡਰ ਨਹੀਂ, ਕਿਉਂਕਿ ਮੇਰੇ ਕੋਲ ਬੁੱਧੀ ਹੈ, ਬਹੁਤ ਉੱਚੀ ਬੁੱਧੀ ਹੈ, ਵਿਵੇਕ ਬੁੱਧੀ, ਜਿਹਦੇ ਵਿੱਚ ਸੱਚ ਨੂੰ ਵੇਖਣ ਦੀ ਸ਼ਕਤੀ ਹੈ। ਔਰ ਜਦੋਂ ਤੁਸੀਂ ਸੱਚ ਨੂੰ ਦੇਖੋਗੇ ਫਿਰ ਤੁਹਾਨੂੰ ਖੁਦ ਹੀ ਪਤਾ ਲੱਗ ਜੂਗਾ ਕਿ ਜੀਵਨ 'ਚ ਬਹੁਤ ਉਚਾਈ ਆ। ਹਾਂਜੀ ਨਜਰ ਸਾਹਿਬ ਅੱਗੇ ਚੱਲੀ।
ਹਾਂਜੀ। ਔਰ ਇਹ ਤਿੰਨ ਤਾਪ ਜਿਹੜੇ ਹੈਗੇ ਨਾ, ਗੁਰੂ ਸਾਹਿਬ ਸੰਗਤ ਨੂੰ ਇੱਕ ਵਾਰੀ ਹੋਰ ਦੱਸ ਦਈਏ ਆਪਾਂ, ਇਹ ਆਦਿ, ਵਿਆਧੀ ਤੇ ਉਪਾਧੀ, ਇਹ ਤਿੰਨ ਤਾਪ ਆ। ਤਿੰਨੇ ਤਾਪ ਨਿਵਾਰਨ ਹਨ, ਹਾਰਾ ਦੁੱਖ ਹੰਤਾ ਸੁਖ ਰਾਸ, ਤਾਕੋ ਬਿਗਨ ਨਾ ਕੋਲ ਆਗੇ ਜਾ ਕੇ ਪ੍ਰਭ ਆਗੇ ਅਰਦਾਸ। ਇਹ ਤਿੰਨੇ ਤਾਪ ਜਿਹੜਾ ਨਿਵਾਰਨ ਹਾਰਾ ਮਾਲਕ ਆ। ਔਰ ਤਿੰਨ ਤਾਪ ਜਿਹੜੇ ਹੈਗੇ ਆਦਿ, ਵਿਆਧੀ ਤੇ ਉਪਾਧੀ। ਆਦਿ ਦਾ ਮਤਲਬ ਹੁੰਦਾ ਹੈ ਚਿੰਤਾ, ਸੋਚ, ਫਿਕਰ। ਹਮੇਸ਼ਾ ਹੀ ਆਪਾਂ ਨੂੰ ਚਿੰਤਾ ਰਹਿੰਦੀ ਆ, ਆਪਾਂ ਮਾਇਆ ਦੇ ਨਾਲ, ਪਰਿਵਾਰ ਦੇ ਨਾਲ, ਘਰ ਗ੍ਰਸਤੀ ਦੇ ਵਿੱਚ ਜੁੜੇ ਰਹਿੰਦੇ ਹਾਂ। ਅਤੇ ਜੇ ਆਪਾਂ ਭਗਤੀ ਨਹੀਂ ਕਰਦੇ ਤਾਂ ਫਿਰ ਇਹ ਜਨਮ ਦੀ ਵੀ ਜੇ ਕਿਸੇ ਨੂੰ ਥੋੜ੍ਹਾ ਬਹੁਤ ਹੈਗਾ ਤਾਂ ਵੀ ਮੇਰਾ ਮਰਨ ਤੋਂ ਬਾਅਦ ਕੀ ਬਣੂਗਾ, ਉਹ ਚਿੰਤਾ। ਇਸ ਤੋਂ ਬਾਅਦ ਵਿਆਧੀ ਆ ਜਾਂਦੀ। ਵਿਆਧੀ ਜਿਹੜੀ ਹੈਗੀ ਉਹ ਆਪਾਂ ਨੂੰ ਅਮਲ ਲੱਗੇ ਹੋਏ ਆ, ਕਿਉਂਕਿ ਆਪਾਂ ਜਿਹੜੇ ਹੈਗੇ ਸਵਾਦਾਂ ਦੇ ਵਿੱਚ ਜਿਹੜਾ ਹੈਗਾ, ਦੁਨੀਆ ਦੇ ਪਦਾਰਥਾਂ ਦੇ ਵਿੱਚ ਜੀਵਨ ਜਿਹੜਾ ਹੈਗਾ ਇਹ ਕਦੋਂ ਤੋਂ ਜਿਹੜੇ ਹੈਗੇ ਆਪਾਂ ਕਰਦੇ ਆ ਰਹੇ, ਅਤੇ ਕਦੋਂ ਤੋਂ ਆਪਾਂ ਨੂੰ ਇਹ ਅਮਲ, ਪੱਕੇ ਅਮਲ ਹੋ ਗਏ, ਅਮਲੀ ਹੋ ਚੁੱਕੇ ਹਾਂ ਆਪਾਂ। ਇਹ ਛੁੱਟਦਾ ਨਹੀਂ, ਅਮਲ ਛੁੱਟਦੇ ਨਹੀਂ ਆ। ਇਹਨੂੰ ਕਹਿੰਦੇ ਆ ਵਿਆਧੀ ਭਾਈ। ਇਹ ਕਾਮ ਦੀ, ਕ੍ਰੋਧ ਦੀ, ਲੋਭ ਦੀ, ਮੋਹ ਦੇ ਸਾਰੇ ਅਮਲ ਲੱਗੇ ਹੋਏ ਆਪਾਂ ਨੂੰ। ਅਤੇ ਇਸ ਤੋਂ ਬਾਅਦ ਜਿਹੜਾ ਆਉਂਦਾ ਹੈ ਤੀਸਰਾ ਹੈਗਾ ਉਪਾਧੀ। ਉਪਾਧੀ ਹੈਗੀ ਆ ਜਿਹੜਾ ਡਰਾਈਵਰ ਹੈਗਾ ਆਪਣਾ ਮਨ, ਇਹਦੇ ਕੋਲ ਜਿਹੜੀ ਹੈ ਸੁਰਤ ਹੈਗੀ, ਗੱਡੀ ਪੂਰੀ ਦੀ ਪੂਰੀ ਇੱਕਦਮ ਜਿਹੜੀ ਹੈਗੀ ਹਾਈ ਸਪੀਡ ਗੱਡੀ ਹੈਗੀ ਇਹਦੇ ਕੋਲ। ਇਹ ਜੈਟ ਜੁੱਟ ਜਿਹੜੇ ਹੈਗੇ ਇਹ ਵੀ ਇਹਦੇ ਅੱਗੇ ਫੇਲ ਆ, ਮਨ ਦੀ ਗੱਡੀ ਦੇ ਅੱਗੇ। ਔਰ ਪੈਟਰੋਲ ਜਿਹੜਾ ਗੈਸ ਪੂਰੀ ਰਹਿੰਦੀ ਹੈ ਹਰ ਟਾਈਮ ਮਨ ਦੀ ਗੱਡੀ ਦੇ ਵਿੱਚ। ਆਹ ਹੈਗੀ ਜਿਹੜੀ ਹੈਗੀ ਆ ਉਪਾਧੀ। ਇਹਨੇ ਕੀ ਕਰਨਾ ਹੈ ਫਿਰ ਇਹ ਫਟਾਫਟ ਜਿਹੜਾ ਹੈਗਾ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਜਿਹੜਾ ਹੈਗਾ ਆਪਣੇ ਘੋੜੇ ਭਜਾਈ ਜਾਂਦਾ। ਆਪ ਦੇਖ ਲਓ 24 ਘੰਟੇ ਦੇ ਬਾਅਦ ਕਿਸੇ ਵੀ ਟਾਈਮ ਦੇਖ ਲਓ, 24 ਘੰਟੇ ਦੇ ਅੰਦਰ ਆਪਣਾ ਮਨ ਜਿਹੜਾ ਹੈਗਾ ਕਦੀ ਜਿਹੜਾ ਹੈਗਾ ਰੁਕਿਆ ਹੈ, ਕਦੀ ਉਪਦਰੋ ਬਸ ਆਹੀ ਕਰਦਾ ਰਹਿੰਦਾ ਹੈ। ਇਹ ਨਵੇਂ ਜਿਹੜੇ ਹੈਗੇ ਬਸ ਨਵੇਂ ਜਿਹੜੇ ਇਹਨੇ ਪੈਦਾ ਕਰ ਦੇਣੇ, ਨਵੇਂ ਜਿਹੜੇ ਹੈਗੇ ਇਹ ਪਦਾਰਥਾਂ ਨੂੰ ਭੋਗਣ ਦੇ ਜਿਹੜੇ ਨਵੇਂ ਤਰੀਕੇ ਲੱਭ ਲੈਣੇ ਨੇ, ਜਿਹੜੀਆਂ ਇੰਦਰੀਆਂ ਨੂੰ ਸੈਟਿਸਫਾਈ ਕਰਨ ਦੇ। ਸਾਰੇ ਕੰਨਾਂ ਤੋਂ, ਅੱਖਾਂ ਤੋਂ, ਜੀਭ ਤੋਂ, ਇੰਦਰੀਆਂ ਤੋਂ, ਸਾਰਾ ਦੇਖ ਲਓ। ਆਹ ਹੈਗੀ ਜਿਹੜੀ ਹੈ ਉਪਾਧੀ ਹੈ ਭਾਈ। ਇਹਦੇ ਕੋਲੋਂ ਜਦ ਤੱਕ ਆਪਾਂ ਇਹ ਸੁਰਤ ਵਾਲੀ ਗੱਡੀ ਨਹੀਂ ਖੋਹਦੇ ਤੇ ਇਹਨੇ ਨਹੀਂ ਹਟਣਾ ਪਤੰਦਰ ਨੇ। ਇਹ ਸੁਰਤ ਜਿਹੜੀ ਹੈਗੀ ਇਹੀ ਇਹਦੇ ਕੋਲ ਲੈਣੀ ਆ ਭਾਈ, ਇਹੀ ਇਹਦੇ ਕੋਲੋਂ ਲੈਣੀ ਆ, ਤਾਂ ਹੀ ਇਹ ਸ਼ਾਂਤ ਹੋ ਜਾਏਗਾ। ਤਾਂ ਕਹਿੰਦੇ ਮਨ ਨੂੰ ਬਿੰਨ ਲਿਆ ਆਪਾਂ ਨੇ। ਆਹ ਤਿੰਨ ਤਾਪ ਹੈਗੇ ਆ। ਇਸ ਤੋਂ ਅੱਗੇ ਹੁਣ ਜਿਹੜੇ ਹੈਗੇ ਅਗਲਾ ਕਬੀਰ ਜੀ ਕਹਿੰਦੇ ਆ, ਕਬੀਰ ਕਸਤੂਰੀ ਪਾਇਆ ਭਵਰ ਭਏ ਸਭ ਦਾਸ, ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ। ਇਸ ਤਰ੍ਹਾਂ ਦੇ ਅਰਥ ਹੋਣਗੇ, ਇਸ ਤਰ੍ਹਾਂ ਦੇ ਅਰਥ ਮਿਲਦੇ ਆ ਬਈ। ਕਬੀਰ ਜੀ ਕਹਿੰਦੇ ਮੈਂ ਤਾਂ ਕਸਤੂਰੀ ਹੋ ਗਿਆ ਅਤੇ ਮੇਰੇ ਦਾਸ ਜਿਹੜੇ ਮੇਰੇ ਸਤਸੰਗੀ ਜਿਹੜੇ ਹੈਗੇ ਉਹ ਮੇਰੇ ਭਵਰੇ ਹੋ ਗਏ। ਭਾਈ ਐਵੇਂ ਦੀ ਗੱਲ ਤਾਂ ਹੈ ਨਹੀਂ ਗੀ। ਅੱਗੇ ਤਾਂ ਕਹਿ ਰਹੇ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ। ਕਬੀਰ ਕਸਤੂਰੀ ਭਇਆ ਭਵਰ ਜਿਹੜੇ ਹੈਗੇ ਦਾਸ ਕਿਵੇਂ ਭਵਰ ਹੋ ਗਏ ਭਾਈ? ਇਹ ਤਾਂ ਭਵਰ ਦੀ ਗੱਲ ਕਰ ਰਿਹਾ। ਭੌਰੇ ਆਹੀ ਜਿਹੜੀ ਹੈਗੀ, ਜਿਹੜੀਆਂ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ, ਇਹ ਸੁਰਤ ਜਿਹੜੀ ਹੈਗੀ ਆ, ਸੁਰਤ ਵਾਲੀ ਗੱਡੀ ਜਿਹੜੀ ਹੈਗੀ ਭਜਾਈ ਫਿਰਦਾ ਹੈ ਮਨ। ਆ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਸਾਰੇ ਭੌਰੇ ਹੈਗੇ ਭਾਈ। ਉੱਡੀ ਜਾਂਦੇ। ਇਹ ਕੰਟਰੋਲ 'ਚ ਹੀ ਨਹੀਂ ਹੈ, ਆਪਣੇ ਕੰਟਰੋਲ 'ਚ ਹੀ ਨਹੀਂ ਜੀਵ ਦੇ। ਕਬੀਰ ਕਸਤੂਰੀ ਭਇਆ ਕਹਿੰਦੇ ਹੁਣ ਜਿਹੜਾ ਹੈਗਾ ਧਿਆਨ ਸਿਮਰਨ ਦੇ ਨਾਲ ਜਿਹੜਾ ਹੈਗਾ, ਜਦ ਮੈਂ ਇਹ ਪਤੰਦਰ ਜਿਹੜਾ ਹੈਗਾ ਇਹਦੇ ਕੋਲੋਂ ਇਹਦੀ ਸੁਰਤ ਵਾਲੀ ਗੱਡੀ ਖੋਹੀ, ਤਾਂ ਜਾ ਕੇ ਜਿਹੜਾ ਹੈਗਾ ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀਆਂ ਦੀਆਂ ਸਾਰੀਆਂ ਮੇਰੇ ਕੰਟਰੋਲ ਦੇ ਵਿੱਚ ਆਈਆਂ। ਕਬੀਰ ਕਸਤੂਰੀ ਪਾਇਆ ਤਾਂ ਪਵਿੱਤਰ ਹੋ ਗਿਆ। ਭਵਰ ਭਏ ਸਭ ਦਾਸ, ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ। ਔਰ ਜਿਉਂ ਮੈਂ ਭਗਤੀ ਕਰ ਜਾ ਰਿਹਾ, ਮੈਨੂੰ ਹੋਰ ਪ੍ਰੋਗਰੈਸ ਆਈ ਜਾ ਰਹੀ ਹੈ ਇਹਦੇ ਵਿੱਚ, ਔਰ ਪਰਮੇਸ਼ਰ ਦੇ ਜਿਹੜੇ ਹੈਗੇ ਰਾਮ ਦੇ ਵਿੱਚ ਨਿਵਾਸ ਹੋਈ ਜਾ ਰਿਹਾ ਮੇਰੀ ਸੁਰਤ ਜਿਹੜੀ ਹੈ ਸੁੰਨ ਦੇ ਵਿੱਚ ਜਿਹੜੀ ਹੈਗੀ ਆਪਣੀ ਆਤਮਾ ਦੇ ਵਿੱਚ ਲੀਨ ਹੋਈ ਜਾ ਰਹੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਇੱਥੇ ਕਬੀਰ ਜੀ ਆਪਾਂ ਨੂੰ ਫੇਰ ਸਮਝਾ ਰਹੇ ਨੇ ਕਿ ਕਬੀਰ ਕਸਤੂਰੀ ਪਿਆ ਭਵਰ ਪਏ ਸਭ ਦਾਸ। ਸਾਰੇ ਭੌਰੇ ਜਿਹੜੇ ਹੈ ਨਾ ਦਾਸ ਹੋ ਗਏ, ਸਾਰੇ ਭੌਰੇ
ਸਾਰੀਆਂ ਦੀਆਂ ਸਾਰੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਜਿਹੜੀਆਂ ਕੰਟਰੋਲ 'ਚ ਆ ਗਈਆਂ। ਇਹ ਉੱਡਣ ਵਾਲੇ ਭੌਰੇ ਸਾਰੇ ਦਾਸ ਹੋ ਗਏ ਮੇਰੇ, ਜਿਹੜੇ ਜਿਹੜੇ ਮਨ ਨੂੰ ਲੈ ਕੇ ਜਾਂਦੇ ਸੀ। ਹਾਂਜੀ ਵੀਰ ਜੀ। ਹੁਣ ਸਾਧ ਸੰਗਤ ਜੀ ਦੇਖੋ, ਇੱਕ ਚੀਜ਼ ਨੂੰ ਆਪ ਸਮਝੋ, ਜੋ ਸਾਧਕ ਸਾਧਨਾ ਕਰਦਾ ਹੈ ਉਹਨੂੰ ਚੰਗੀ ਤਰ੍ਹਾਂ ਪਤਾ ਲੱਗੂਗਾ ਕਿ ਮੈਂ ਕੀ ਕਹਿ ਰਿਹਾ। ਜਦੋਂ ਤੁਸੀਂ ਭਗਤੀ ਕਰਦੇ ਜਾਂਦੇ ਇੱਕ ਸਮਾਂ ਆਉਂਦਾ ਤੁਹਾਨੂੰ ਪਤਾ ਲੱਗਦਾ ਚਿੱਤ ਦੇ ਵਿੱਚ ਜਦੋਂ ਕੋਈ ਵਿਚਾਰ ਚੱਲਦਾ ਹੈ ਉਹ ਕੇਵਲ ਬਹੁਤ ਮਾਮੂਲੀ ਜੀ ਇੱਕ ਤਰੰਗ ਹੈ, ਸ਼ਕਤੀਹੀਨ ਹੈ। ਉਹਨੂੰ ਇੱਕ ਅਟੈਚਮੈਂਟ ਚਾਹੀਦੀ ਆ, ਉਹ ਹੈ ਤੁਹਾਡਾ ਧਿਆਨ, ਤੁਹਾਡੀ ਸੁਰਤੀ। ਜਦੋਂ ਸੁਰਤੀ ਨਾਲ ਦੇਖੋ ਅਟੈਚ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਉਸ ਵਿਚਾਰ 'ਚ ਸ਼ਕਤੀ ਆਉਂਦੀ ਹੈ। ਤੁਸੀਂ ਮੰਥਨ ਕਰਦੇ ਜੋ ਜਿੱਦਾਂ ਪਾਣੀ 'ਚ ਮਧਾਣੀ ਪਾ ਕੇ, ਬਾਅਦ 'ਚ ਤੁਸੀਂ ਬਹਿੰਦੇ ਜੋ, ਪਹਿਲਾਂ ਕੋਈ ਮਧਾਣੀ ਨਹੀਂ ਆ। ਆਪ ਜਸਟ ਦੇਖੋ, ਤੁਹਾਡੇ ਚਿੱਤ 'ਚ ਕਈ ਵਿਚਾਰ ਪ੍ਰਗਟ ਹੁੰਦੇ ਆ, ਤੁਸੀਂ ਸਾਰੇ ਵਿਚਾਰਾਂ ਦਾ ਮੰਥਨ ਨਹੀਂ ਕਰਦੇ, ਸਾਰੇ ਵਿਚਾਰਾਂ ਦੀ ਜਿਹੜੀ ਲੱਸੀ ਨਹੀਂ ਘੋਲਦੇ। ਜਦੋਂ ਕੁਝ ਚੀਜ਼ਾਂ ਤੁਹਾਡੇ ਜੀਵਨ 'ਚ ਏਦਾਂ ਦੀਆਂ ਹੋਈਆਂ ਜਿਨ੍ਹਾਂ ਦੇ ਕਾਰਨ ਤੁਹਾਡਾ ਜੀਵਨ ਥੋੜਾ ਹਿਲਜੁਲ ਹੋ ਗਈ ਹੈ, ਥੋੜਾ ਰੌਲਾ ਪੈ ਗਿਆ, ਖਾਸ ਕਰਕੇ ਆਹ ਚੀਜ਼ਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਦੋਂ ਤੁਸੀਂ ਇਹਨਾਂ ਦੇ ਨਾਲ ਜੁੜੇ ਕਿਸੇ ਵਿਚਾਰ ਦੇ ਨਾਲ ਆਪਣੀ ਸੁਰਤੀ ਨੂੰ, ਆਪਣੇ ਧਿਆਨ ਨੂੰ ਅਟੈਚ ਕਰਦੇ ਜੋ, ਉਸ ਤੋਂ ਬਾਅਦ ਫਿਰ ਉਹ ਜਿਹੜਾ ਵਿਚਾਰ ਹੈ ਨਾ ਇੱਕ ਪਤੰਗ ਵਾਂਗੂ ਬਣ ਜਾਂਦਾ ਹੈ ਜਿਹਦੇ ਨਾਲ ਡੋਰ ਵੱਜੀ ਹੁੰਦੀ ਹੈ, ਕਿਤੇ ਸੱਜੇ ਬਨੇ, ਕਿਤੇ ਖੱਬੇ ਬਨੇ, ਕਿਤੇ ਅੱਗੇ, ਕਿਤੇ ਪਿੱਛੇ ਉੱਡਦਾ ਹੈ। ਫਿਰ ਵਿਚਾਰ ਉਹ ਕੀ ਕਰਦਾ ਹੈ, ਤੁਹਾਡੇ ਚਿੱਤ 'ਚ ਹੋਰ ਕਈ ਤਰੰਗਾਂ ਨੂੰ ਜਨਮ ਦਿੰਦਾ ਹੈ। ਤੇ ਜਦੋਂ ਤੁਸੀਂ ਧਿਆਨ ਸਿਮਰਨ ਕਰਦੇ ਜੋ, ਭਗਤੀ ਕਰਦੇ ਜੋ, ਫਿਰ ਤੁਹਾਡੇ ਅੰਦਰ ਸ਼ਕਤੀ ਆ ਜਾਂਦੀ ਹੈ। ਤੁਸੀਂ ਚਾਹੋ ਇੱਕ ਛਣ ਦੇ ਅੰਦਰ ਉਸ ਡੋਰ ਨੂੰ ਕੱਟ ਸਕਦੇ ਜੋ, ਉਹ ਵਿਚਾਰ ਤੁਹਾਨੂੰ ਦੁਬਾਰਾ ਨਹੀਂ ਡਿਸਟਰਬ ਕਰ ਸਕਦਾ। ਪਰ ਇਹ ਸ਼ਕਤੀ ਤੁਹਾਨੂੰ ਧਿਆਨ ਸਿਮਰਨ ਦੇ ਵਿੱਚ ਹੀ ਪ੍ਰਾਪਤ ਹੋਣੀ ਹੈ। ਸਧਾਰਨ ਬੰਦੇ ਨੂੰ ਪਤਾ ਵੀ ਨਹੀਂ ਹੈ ਕਿ ਵਿਚਾਰ ਮੈਂ ਕਰ ਰਿਹਾ ਜਾਂ ਆਪਣੇ ਆਪ ਹੀ ਵਿਚਾਰ ਆ ਰਹੇ ਨੇ। ਉਹ ਸੋਚਦਾ ਕਿ ਆਟੋਮੈਟਿਕਲੀ ਮੈਂ ਹੀ ਕਰ ਰਿਹਾ ਵਿਚਾਰ, ਉਹਨੂੰ ਨਹੀਂ ਪਤਾ ਲੱਗਦਾ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਤੁਕ ਬੋਲੀ ਹੈ, ਵਿਚਾਰ ਮਾਰੈ ਦਿਸੇ ਸੋ ਸੋ ਰੋਗ। ਹਾਂ ਜੀ, ਜੋ ਦਿਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਇੱਕ ਹੋਰ ਹੈਗੀ, ਵਿਚਾਰ ਮਾਰੈ ਤਰੈ ਤਾਰੈ, ਉਲਟ ਜੋਨ ਨਾ ਆਵੇ। ਹਾਂਜੀ, ਇਹ ਜੋ ਦਿਸੇ ਸੋ ਸੋ ਰੋਗੀ, ਜਿਹੜਾ ਵੀ ਤੁਹਾਨੂੰ ਦਿਖਾਈ ਦਿੰਦਾ ਹੈ ਉਹ ਵਿਚਾਰਾਂ ਰੂਪੀ ਬਿਮਾਰੀ ਤੋਂ ਪੀੜਤ ਹੈ, ਔਰ ਉਹਦੇ ਵਿੱਚ ਹੀ ਬੰਦੇ ਦਾ ਜੀਵਨ ਬਤੀਤ ਹੋ ਜਾਂਦਾ। ਇਹ ਅਸਲ 'ਚ ਸਾਨੂੰ ਕੰਟਰੋਲ ਕਰਦੇ ਨੇ। ਪੰਗਾ ਤੇ ਹੈ, ਵਿਚਾਰ ਆਉਣਾ ਕੋਈ ਮਾੜੀ ਗੱਲ ਨਹੀਂ ਆ, ਚੰਗੀ ਚੀਜ਼ ਆ। ਤੁਹਾਨੂੰ ਕੋਈ ਚੇਤੇ ਆ ਗਈ ਚੀਜ਼, ਠੀਕ ਆ, ਚੇਤੇ ਆ ਗਈ ਆ। ਆਪਾਂ ਏਦਾਂ ਕਿ ਕੱਪੜੇ ਧੋਣੇ ਆ, ਪੈਲੀ ਨੂੰ ਪਾਣੀ ਲਾਉਣਾ, ਮੱਝਾਂ ਚੋਣੀਆਂ, ਆਹ ਕੀ ਚਿੰਤਨ 'ਚ ਕਿਉਂਕਿ ਰੋਜ਼ ਕਰਦੇ ਪਏ। ਪਰ ਇਹਦਾ ਮਤਲਬ ਥੋੜੀ ਕਿ ਮੈਂ ਇੱਥੇ ਬੈਠੇ ਪੈਲੀ ਨੂੰ ਪਾਣੀ ਲਾਈ ਜਾਵਾਂ ਤੇ ਮੱਝ ਚੋਈ ਜਾਵਾਂ, ਜਾਂ ਕੋਈ ਕੰਮ ਇੱਥੇ ਕਲਪਨਾ ਦੇ ਨਾਲ ਹੀ ਕਰੀ ਜਾਵਾਂ। ਉਹ ਤੇ ਬਿਮਾਰੀ ਹੈ ਨਾ। ਜੋ ਦਿਸੇ ਸੋ ਸੋ ਰੋਗੀ, ਮਤਲਬ ਤੇ ਇਹੋ ਹੀ ਆ ਕਿ ਹਰ ਕੋਈ ਬੰਦਾ ਇੱਥੇ ਗੱਲੀ ਬੱਤੀ ਕਰੀ ਜਾ ਰਿਹਾ ਸਭ ਕੁਝ। ਤੁਸੀਂ ਦੂਜੇ ਬੰਦਿਆਂ ਨਾਲ ਗੱਲਾਂ ਬਾਤਾਂ ਕਰ ਰਹੇ ਜੋ, ਅੰਦਰ ਆਪਣੇ ਬੈਠੇ ਹੀ ਅਗਲਿਆਂ ਦੀ ਡਬਲ ਪਰਸਨੈਲਿਟੀ ਸਾਹਮਣੇ ਤੁਸੀਂ ਕਰੈਕਟਰ ਪੈਦਾ ਕਰ ਲੈਂਦੇ ਜੋ, ਫਿਰ ਉਹਨਾਂ ਬੰਦਿਆਂ ਨਾਲ ਤੁਸੀਂ ਗੱਲਾਂ ਕਰਦੇ ਜੋ। ਇੱਕ ਮਾਨਸਿਕ ਤੌਰ ਤੇ ਇਹੋ ਹੀ ਆ ਕਿ ਤੁਹਾਡਾ ਜਿਹੜਾ ਥਾਟ ਆ ਉਹਦੇ ਉੱਪਰ ਤੁਹਾਡਾ ਕੰਟਰੋਲ ਨਹੀਂ। ਇਲਰੈਗੂਲੇਟ ਥਾਟਸ ਏਦਾਂ ਦੀ ਕੋਈ ਚੀਜ਼ ਹੈ। ਇੱਕ ਔਰਤ ਦਾ ਮੈਨੂੰ ਫੋਨ ਆਇਆ, ਕਹਿੰਦੀ ਵੀਰ ਜੀ ਮੈਂ ਜਿਉਂ ਦੀ ਭਗਤੀ ਕੀਤੀ ਹੈ ਨਾ, ਮੈਨੂੰ ਸਭ ਕੁਝ ਪਹਿਲਾਂ ਹੀ ਪਤਾ ਲੱਗ ਜਾਂਦਾ। ਮੈਂ ਕਿਹਾ ਅੱਛਾ। ਮੈਂ ਮੈਨੂੰ ਏਦਾਂ ਕਰ ਕਿ ਤੂੰ ਲਾਟਰੀ ਦਾ ਨੰਬਰ ਦੱਸ ਦੇ ਤੇ ਮੈਂ ਲਾਟਰੀ ਪਾ ਲੈਣਾ। ਮੇਜਰ ਸਾਹਿਬ ਕਹਿੰਦੀ ਨਹੀਂ ਉਹ ਨਹੀਂ। ਮੈਂ ਤੈਨੂੰ ਪਤਾ ਕਿਹੜੀ ਚੀਜ਼ ਦਾ ਪਤਾ ਲੱਗਦਾ?
ਮੈਂ ਕਿਹਾ ਤੁਹਾਡੇ ਘਰ ਕਿਹਨੇ ਆਉਣਾ ਹੁੰਦਾ? ਹੁਣ ਪਤਾ ਹੀ ਆ ਕਿ ਹਫ਼ਤੇ 'ਚ 1-2 ਵਾਰੀ ਆਉਣਾ ਉਹਨੇ, ਔਰ ਪਤਾ ਵੀ ਕਿਸ ਦਿਨ ਆਉਣਾ। ਤੁਸੀਂ ਕਲਪਨਾ ਕਰ ਲਓ, ਅੱਜ ਉਹਨੇ ਆਉਣਾ ਤੇ ਆ ਹੀ ਜਾਣਾ ਬੰਦੇ ਨੇ। ਮੈਂ ਕਿਹਾ ਤੁਸੀਂ ਕਹਿਣਾ ਕਿ ਦੁੱਧ ਹੀ ਆ ਜਾਣਾ ਵਾ 7 ਵਜੇ, ਆਉਂਦਾ ਹੀ 7-8 ਵਜੇ ਆ, ਉਸ ਟਾਈਮ ਤੇ ਆਉਣਾ ਉਹਨੇ। ਹੁਣ ਤੁਹਾਡੇ ਨਾਲ ਭੈਣ ਭਰਾ ਨਾਲ ਕੋਈ ਲੈਣਾ ਦੇਣਾ ਹੈਗਾ, ਤੁਸੀਂ ਕਹਿਣਾ ਫਲਾਣੇ ਦਾ ਫੋਨ ਆ ਜਾਣਾ ਮੈਨੂੰ, ਤੇ ਉਹ ਤੇ ਗੱਲ ਹੋਣੀ ਹੈ। ਜਦੋਂ ਤੁਹਾਡੇ ਨਾਲ ਕੋਈ ਲੈਣ ਦੇਣ ਹੈਗਾ ਹੈ, ਏਦਾਂ ਦੀਆਂ ਗੱਲਾਂ ਤੇ ਹੋਣੀਆਂ। ਤੇ ਸੋ ਮੈਂ ਕਿਹਾ ਕਿ ਤੁਹਾਡੀ ਵਿਚਾਰ ਦੀ ਜਿਹੜੀ ਧਾਰਾ ਹੈ ਉਹ ਖਰਾਬ ਹੋ ਚੁੱਕੀ ਆ। ਇਹ ਕੋਈ ਚੰਗੀ ਚੀਜ਼ ਨਹੀਂ ਆ। ਤੁਸੀਂ ਜਿਹਨੂੰ ਭਵਿੱਖਬਾਣੀ ਕਹੀ ਜਾਂਦੇ ਜੋ ਨਾ, ਇਹ ਬਿਮਾਰੀ ਆ। ਤੁਸੀਂ ਆਪਣੇ ਕੋਲੇ ਪਤਾ ਨਹੀਂ ਕੀ ਬਣਾਤਾ ਵਾ। ਮੈਂ ਇੱਥੇ ਕੁਛ ਪ੍ਰਿਡਿਕਟ ਨਹੀਂ ਕਰ ਸਕਦੇ ਕੀ ਹੋਵੇਗਾ। ਇਸ ਬ੍ਰਹਿਮੰਡ ਦੇ ਅੰਦਰ ਕੁਛ ਵੀ ਪ੍ਰਿਡਿਕਟ ਨਹੀਂ ਕੀਤਾ ਜਾ ਸਕਦਾ। ਕੋਈ ਕਹਿੰਦੇ ਨਾ ਕਿ ਮੈਂ ਕਹਿ ਦਿੰਦਾ ਤਾਂ ਏਦਾਂ ਹੋ ਜਾਊਗਾ, ਉਹ ਵੱਖਰੀ ਗੱਲ ਹੈ ਕਿ ਪ੍ਰਕਿਰਤੀ ਨੇ ਉਹ ਓਦਾਂ ਹੀ ਸੋਚਿਆ ਹੁੰਦਾ, ਤੇ ਤੁਹਾਡੀ ਗੱਲ ਨਾਲ ਗੱਲ ਜੁੜ ਜਾਂਦੀ ਹੈ। ਤੁਹਾਨੂੰ ਪਤਾ ਨਹੀਂ ਲੱਗ ਸਕਦਾ ਕਿ ਕੀ ਹੋਣਾ। ਗੋਰਖੀ ਸਾਹਿਬ ਹੁਣ ਦੇਖੋ, ਕਲਪਨਾ ਹੀ ਗੋਰਖੀ ਸਾਹਿਬ ਦੇਖੋ, ਹੁਣ ਕਿਸੇ ਔਰਤ ਨੂੰ ਬੱਚਾ ਹੋਣਾ ਹੈ, ਜਾਂ ਮੁੰਡਾ ਹੋਊਗਾ ਜਾਂ ਕੁੜੀ ਹੋਊਗੀ। ਹੁਣ ਦੇਖ ਲਓ ਦੋਨਾਂ ਦੇ ਵਿੱਚ ਜਿਹੜਾ ਹੈਗਾ, ਉਹਨੇ ਕਿਹਾ ਤਾਂ ਲਓ ਜੀ ਦੇਖਿਆ ਮੈਂ ਕਿਹਾ ਸੀ ਨਾ ਮੁੰਡਾ ਹੋਊਗਾ, ਹੋ ਗਿਆ ਮੁੰਡਾ। ਇਹ ਕੁਛ ਤਾਂ ਹੋਣਾ ਹੀ। ਹੁਣ ਦੋਵਾਂ ਨਿੱਜਰ ਸਾਹਿਬ 1% ਤੇ ਹੁੰਦਾ ਹੀ। ਇਹ ਹੁਣ ਮੇਰਾ ਇੱਕ ਸਾਲਾ, ਮੈਂ ਕੱਲ ਗਿਆ ਤੇ ਉਹ ਖਾਸ ਕਰਕੇ ਸਭ ਬਿਮਾਰ ਹੁੰਦੇ ਨੇ ਲੋਕ, ਐਡੇ ਭੂਤ ਚੜੇਲ ਕੀਤਾ ਕਰਾਇਆ। ਉਹ ਕਹਿੰਦਾ ਨਹੀਂ ਜੀ ਵੀਰ ਜੀ ਏਦਾਂ ਹੀ ਆ। ਉਹ ਦੱਸਣ ਦਿਆ, ਮੇਰੀ ਘਰਦੀ ਨੂੰ ਦੱਸਣ ਦਿਆ, ਬਣੀ ਮੇਰੀ ਮੰਮੀ ਨੂੰ ਦੱਸਣ ਦਿਆ ਕਿ ਉੱਥੇ ਨਾ ਏਦਾਂ ਇਹ ਬਾਬੇ ਫੇਸਬੁੱਕ ਤੇ ਆਉਂਦੇ ਆ, 5000 ਰੁਪਇਆ ਦੋ, ਉੱਥੇ ਮੁੱਠ ਚਲਾ ਦਿੰਦੇ ਆ ਤੇ ਬੰਦੇ ਦਾ ਨੁਕਸਾਨ ਕਰ ਦਿੰਦੇ ਆ। ਮੈਂ ਅੱਛਾ, ਮੈਂ ਤੁਸੀਂ ਭਾਜੀ ਕਿਹੜੀ ਗੱਲਾਂ ਕਰਦੇ ਜੋ? ਮੈਂ ਹਿਟਲਰ ਨੇ ਇੰਨੇ ਕਰੋੜ ਲੋਕ ਮਾਰੇ ਸੀ, ਮੈਂ ਉਹ ਲੋਕਾਂ ਦੇ ਭੂਤ ਆ ਕੇ ਹਿਟਲਰ ਨੂੰ ਕਿਉਂ ਨਹੀਂ ਮਾਰ ਦਿੰਦੇ ਸੀ? ਮੈਂ ਚੰਗੇਜ਼ ਖਾਨ ਸੀ, ਸਦਾਮ ਹੁਸੈਨ ਸੀ, ਹੋਰ ਕਿੰਨੇ ਬੰਦੇ ਹੋਏ ਆ। ਮਾਸੀ ਏਡੇ ਸਿਆਣੇ ਆ ਕਿ ਜਹਾਜ਼ ਤੇ ਚੜ੍ਹ ਲੱਗਾ ਬੰਦਾ ਟਿਕਟ ਲੈ ਕੇ ਨਾ ਤੁਹਾਨੂੰ ਵਾਪਸ ਮੰਗਾ ਸਕਦੇ। ਇਹੋ ਜਿਹੇ ਮਿਲੇ ਲੋਕਾਂ ਕੋਲ ਪੰਜ ਦਿੱਤਾ ਹੋਵੇ ਤੇ ਕਿਸੇ ਨੇ ਆਈਡੈਂਸ ਕਰਕੇ ਮੁੰਡਾ ਜਹਾਜ਼ ਤੇ ਚੜ੍ਹ ਲੱਗਾ ਨਾ, ਤੇ ਉੱਥੋਂ ਵਾਪਸ ਨਾ ਮੰਗਾ ਦੇਣਾ। ਇਹਨੇ ਮੇਰੇ ਭਰਾ ਨੂੰ ਕਿਸੇ ਨੇ ਜਾਦੂ ਟੂਣਾ ਕੀਤਾ, ਤਾਂ ਸ਼ਰਾਬ ਪੀਂਦਾ। ਇੱਕ ਵਾਰ ਭਰਾ ਸ਼ਰਾਬ ਬੜੀ ਪੀਂਦਾ ਇਹਦਾ ਸਾਲਾ, ਕਦੀ ਜੋ ਪੀਂਦਾ ਤੇ ਉਹ ਫਿਰ ਇਹ ਫੇਸਬੁੱਕ ਟਿਕਟੋਕ ਜਿਹਦੇ ਵਿੱਚ ਇਹ ਸਾਰੀ ਚੀਜ਼ਾਂ ਆਉਂਦੀਆਂ, ਇਹ ਸਾਰੇ ਫਰਾਡ ਆ। ਸਿਰਫ ਪੈਸੇ ਲੈਣ ਵਾਸਤੇ, ਸਿਰਫ ਪੈਸੇ। ਬਿਕੋਜ਼ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਹੈਗੇ ਕਿੱਥੇ ਨਹੀਂ ਹੈਗੇ। ਉਹ ਬਸ ਇਹ ਕਹਿੰਦੇ ਸਾਡੇ ਪੈਨ ਚੱਲੇ ਪੈਸੇ ਟ੍ਰਾਂਸਫਰ ਕਰਾ ਦੋ, ਤਾਂ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ। ਕੁਛ ਨਹੀਂ, ਫਰਾਡ ਹੈ ਸਾਰਾ ਕੁਛ। ਬਿਲਕੁਲ। ਹਾਂ, ਇਹ ਮਨੀ ਜੀ ਸਭ ਇਹ ਫਰਾਡ ਨਹੀਂ ਕਹਿ ਸਕਦੇ। ਇਹ ਲੋਕ ਬਿਮਾਰ ਨੇ ਤੇ ਉਹ ਹੋਰ ਬਿਮਾਰ ਨੇ, ਜ਼ਿਆਦਾ ਬਿਮਾਰ ਨੇ ਜਿਹੜੇ ਇਹਨਾਂ ਲੋਕਾਂ ਦੇ ਝਾਂਸੇ ਵਿੱਚ ਆਉਂਦੇ ਨੇ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਬਿਲਕੁਲ। ਔਰ ਗੋਰਖੀ ਸਾਹਿਬ ਦੇਖੋ, ਕੋਈ ਚੀਜ਼ ਹੈ ਦੋ, ਹੁਣ ਜਿਹੜਾ ਇੱਕ ਜਾਂ ਮੁੰਡਾ ਜਾਂ ਕੁੜੀ ਹੋਣਾ, ਦੋਨਾਂ ਦੇ ਵਿੱਚ 50 ਦੇ ਜਿਹੜੇ ਹੈਗੇ ਪ੍ਰੋਬੇਬਿਲਿਟੀ, ਜਿਹਨੇ ਮੈਥਮੈਟਿਕਸ ਪੜ੍ਹੀ ਹੈ, 50-50 ਪ੍ਰੋਬੇਬਿਲਿਟੀ ਹੈਗੀ ਆ। 50% ਦੇ ਵਿੱਚ ਜਿਹੜਾ ਹੈਗਾ ਉਹ ਆ ਸਕਦਾ ਕਿਸੇ ਪਾਸੇ ਮਰਜੀ। ਇੱਥੇ ਕੈਨੇਡਾ ਅਮਰੀਕਾ 'ਚ ਜਿੰਨੀਆਂ ਪੰਜਾਬੀ ਅਖਬਾਰਾਂ ਹੈਗੀਆਂ, ਉਹ ਦੇਖੋ ਉਹਨਾਂ 'ਚ ਸਾਰੀਆਂ ਭਰੀਆਂ ਹੁੰਦੀਆਂ ਬਾਬਿਆਂ ਦੀਆਂ ਅੱਡਾਂ ਦੇ ਨਾਲ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਖਰਚਾ ਕੋਈ ਨਹੀਂ ਹੈ ਜੀ, ਧਾਗਾ ਮੈਂ ਕਰਕੇ ਦਿੰਦਾ ਤੁਹਾਨੂੰ, ਗਿੱਟੇ ਤੇ ਬੰਨ ਦਿੰਦਾ, ਤੇ ਉਹ ਰੁਪਈਆ ਇੱਥੇ ਸਾਡੇ ਲਾਗੇ ਬਾਬਾ ਹੈਗਾ ਵਾ, ਉਹ ਡਾਕਟਰ ਹੀ ਇਹਦੇ ਨਾਲ ਧਾਗਾ ਬੰਨੀ ਜਾਂਦਾ, ਤੇ ਬਸ ਦਿਹਾੜੀ ਪਈ ਜਾਂਦੀ ਹੈ। 200-250 ਰੁਪਏ ਦਾ ਧਾਗਾ ਵਾ, ਮੈਂ 50 ਰੁਪਏ ਲਿਆਂਦਾ ਹੋਵੇ ਤੇ ਉਹ ਮੁੱਕਣਾ ਨਹੀਂ ਸਾਲ। ਬਿਲਕੁਲ ਸਹੀ ਗੱਲ ਹੈ। ਤੇ 200 ਰੁਪਏ ਸ਼ਾਮ ਤੱਕ ਜੇ 15 ਦੇ ਬੱਦੇ ਬੰਦੇ ਤੇ 3000 ਰੁਪਏ ਦਿਹਾੜੀ ਪੈ ਜਾਂਦੀ ਆ। ਤੇ ਲੋਕੀ ਇਹ ਅਸਲ ਚ ਨਾ ਪਤਾ ਕੀ ਹੁੰਦਾ ਵਾ, ਇਹ ਸਾਧ ਸੰਗਤ ਜੀ ਦੇਖੋ, ਉਹ ਕਈ ਨਹੀਂ ਹੁੰਦੇ ਕਹਿੰਦੇ ਜੀ ਸੱਪ ਦਾ ਫਾਂਡਾ ਕਰ ਦਿੰਦੇ ਆ, ਉਹ ਪਤਾ ਨਹੀਂ ਕਹਿੰਦੇ ਕਿੰਨੇ %, 80-90% ਤੇ ਸੱਪਾਂ ਦੇ ਵਿੱਚ ਜ਼ਹਿਰ ਹੁੰਦਾ ਹੀ ਨਹੀਂ ਹੈ, ਹੁੰਦਾ ਹੀ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ। ਤੇ ਉਹਨਾਂ ਸੱਪਾਂ ਦੇ ਲਈ ਮੈਂ ਧਾਗਾ ਬੰਨ ਦਿੰਦਾ। ਤੇ ਮੈਂ ਜੇ ਕੋਈ ਕਹਿੰਦਾ ਨਾ ਕਿ ਮੈਂ ਧਾਗਾ ਬੰਨਦਾ, ਉਹਨੂੰ ਮੈਂ ਕਹਿੰਦਾ ਲਿਆ ਇੱਧਰ, ਮੈਂ ਤੈਨੂੰ ਕੋਬਰਾ ਲੈ ਕੇ ਆਉਣਾ, ਤੈਨੂੰ ਲੜਾਉਂਦਾ, ਤੇ ਫਿਰ ਤੂੰ ਧਾਗਾ ਬੰਨ ਆਪਣੇ ਆਪ ਦੇ ਨਾ। ਉਹਨੂੰ ਕਹਿ ਵੀ ਪੂਰਾ ਗੋਲਾ ਬੰਨ ਲਾ। ਫਿਰ ਉਹਨੂੰ ਪਤਾ ਫਿਰ ਉਹਨੇ ਭੱਜ ਜਾਣਾ। ਓਦਾਂ ਸਾਰੇ ਕਰਦੇ ਆ। ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਭੋਲਿਆ ਜਦੋਂ ਸੱਪ ਲੜਿਆ, ਸੱਪ ਤੇ ਹਿੱਲਣ ਨਹੀਂ ਦਿੰਦਾ। ਚਲੋ ਠੀਕ ਹੈ।
ਉਹ ਡੱਡੀਆਂ ਖਾਣੇ ਸੱਪ ਹੁੰਦੇ ਆ। ਚਲੋ ਇੱਥੇ ਦੇਖੋ ਇਹ ਚੀਜ਼ ਸਮਝੋ, ਆਹ ਤੁਕ ਨੂੰ ਫਿਰ ਆਪਾਂ ਬੋਲਦੇ ਕਬੀਰ ਕਸਤੂਰੀ ਪਿਆ ਭਵਰੇ ਭਏ ਸਭ ਦਾਸ। ਹੁਣ ਕਹਿੰਦੇ ਕਬੀਰ ਸਾਹਿਬ ਕਸਤੂਰੀ ਬਣ ਗਏ। ਕਸਤੂਰੀ ਕਿਹੜੀ? ਜਿਹੜੀ ਹਿਰਨ ਦੇ ਗਰਭ ਚ, ਉਹ ਕਸਤੂਰੀ ਬਣ ਗਏ। ਫਿਰ ਹੁਣ ਭਵਰੇ ਕਿਹੜੇ ਨੇ? ਇੰਦਰੇ। ਪਹਿਲਾਂ ਇੰਦਰੇ ਭੱਜੇ ਫਿਰਦੇ ਸੀ, ਗਿਆਨ ਇੰਦਰੇ, ਕਰਮ ਇੰਦਰੇ। ਹੁਣ ਸਾਰੇ ਸ਼ਾਂਤ ਹੋ ਕੇ ਬੈਠੇ ਆ, ਉਹ ਨਹੀਂ ਹਿਲਦੇ। ਕਿਉਂ ਨਹੀਂ ਹਿਲਦੇ? ਜਿੱਦਾਂ ਮੱਖੀਆਂ ਨਹੀਂ ਹੁੰਦੀਆਂ ਤੇ ਮੱਖੀਆਂ ਸ਼ਹਿਦ ਤੇ ਬੈਠੀਆਂ ਰਹਿੰਦੀਆਂ, ਉਸੇ ਤਰ੍ਹਾਂ ਕਹਿੰਦੇ ਕਿ ਇੰਦਰੇ ਜਿਹੜੇ ਪਹਿਲਾਂ ਬਾਹਰ ਰਸ ਭਾਲਦੇ ਸੀ, ਹੁਣ ਸ਼ਾਂਤ ਹੋ ਕੇ ਏਦਾਂ ਬਹਿ ਗਏ ਨੇ। ਤੇ ਜਿੱਦਾਂ ਕਸਤੂਰੀ ਨੂੰ ਥੂੰਗਦਾ ਹੈ ਨਾ ਕੋਈ, ਉਹਦੀ ਖੁਸ਼ਬੂ ਚ ਲੋਕੀ ਆਨੰਦਿਤ ਹੋ ਕੇ ਬੈਠੇ ਰਹਿੰਦੇ ਨੇ। ਉਸੇ ਤਰ੍ਹਾਂ ਹੀ ਇਹ ਜਿਹੜੇ ਗਿਆਨ ਅੰਦਰੇ, ਕਰਮ ਅੰਦਰੇ ਸ਼ਾਂਤ ਹੋ ਗਿਆ। ਕਿਉਂਕਿ ਅਸਲੀ ਚੀਜ਼ ਖੁਰਾਕ ਕੌਣ ਬਣ ਗਿਆ? ਕਬੀਰ ਕਸਤੂਰੀ ਬਣ ਗਿਆ। ਹਾਂ, ਕਿਉਂਕਿ ਅਸਲੀ ਚੀਜ਼ ਆ ਗਈ ਨਾ। ਹੁਣ ਆਤਮਿਕ ਖੁਰਾਕ ਲੈਣ ਲੱਗ ਗਏ ਨਾ। ਆਤਮਾ ਨੂੰ ਜਿਹੜੀ ਚੀਜ਼ ਚਾਹੀਦੀ ਸੀ ਉਹ ਖੁਰਾਕ ਆ ਗਈ। ਨਿੱਜਰ ਸਭ ਗਲਤੀ ਹੋ ਗਈ ਨਾ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋੜ ਨਾ ਆਵੇ। ਜਦੋਂ ਵਿਚਾਰ ਮਰ ਗਏ ਬਸ ਉੱਥੇ ਕਸਤੂਰੀ ਬਣ ਜਾਣਾ ਵਾ। ਫਿਰ ਕਹਿੰਦੇ ਰਾਮ ਕਬੀਰ ਆਏ ਇੱਕ ਭਏ ਤੇ ਕੋਈ ਨਾ ਸਕੇ ਪਛਾਣੀ। ਬਿਲਕੁਲ ਸਹੀ ਗੱਲ ਹੈ। ਨਾਲੇ ਤੇ ਬ੍ਰਹਮ ਤੇ ਵੈਸੇ ਵੀ ਆਨੰਦਮਈ ਅਬ ਦੇਖੋ, ਜਦੋਂ ਸਭ ਕੁਝ ਰੁਕ ਜਾਣਾ ਹੈ ਤੇ ਉੱਥੇ ਆਨੰਦਮਈ ਅਵਸਥਾ ਆਪੇ ਬਣ ਜਾਣੀ ਹੈ। ਜੈਸਾ ਸਭ ਕੁਝ ਰੁਕ ਗਿਆ, ਬਿਲਕੁਲ ਤੁਸੀਂ ਮਸ਼ੀਨ ਬੰਦ ਕਰ ਦੋ, ਉਹ ਤੇ ਆਨੰਦਮਈ ਅਵਸਥਾ ਚ ਚੱਲ ਗਈ ਮਸ਼ੀਨ। ਬਿਲਕੁਲ ਸਹੀ ਗੱਲ ਹੈ। ਤੁਹਾਡੀ ਮਸ਼ੀਨ ਆ, ਪੱਖਾ ਚੱਲਣ ਦਿਆ ਤੇ ਰੌਲਾ ਪੈਣ ਦਿਆ, ਮੋਟਰ ਗਰਮ ਹੁੰਦੀ, ਕਿਤੇ ਬੱਤੀ ਖਾਂਦੇ ਆ, ਉਹਨੂੰ ਸਵਿਚ ਆਫ ਕਰ ਦੋ, ਉਹ ਤੇ ਆਨੰਦ ਚ ਚੱਲ ਗਿਆ। ਔਰ ਗੋਰਖੀ ਸਾਹਿਬ, ਸਵਿਚ ਜਿਹੜਾ ਹੈਗਾ ਉਹ ਤੁਹਾਡੀ ਸੁਰਤ ਹੈਗੀ, ਬਸ ਉਹੀ ਸਵਿਚ ਹੈ, ਹੋਰ ਕੋਈ ਸਵਿਚ ਨਹੀਂ ਹੈਗਾ। ਬਸ ਤੁਸੀਂ ਉਹਨੂੰ ਪਾਵਰ ਦਿੰਦੇ ਜੇ ਨਾ ਨਿੱਜਰ ਸਾਹਿਬ ਵਿਚਾਰ ਨੂੰ। ਸ਼ਕਤੀ ਤੇ ਤੁਸੀਂ ਪ੍ਰਦਾਨ ਕਰਦੇ ਜੇ ਨਾ ਮੋਟਰ ਘੁੰਮਣ ਦੇ ਲਈ। ਜਦੋਂ ਤੁਸੀਂ ਪਾਵਰ ਬੰਦ ਕਰਤੀ ਤੇ ਪੱਖੇ ਦੀ ਕੀ ਹਿੰਮਤ ਹੈ? ਬਿਲਕੁਲ ਆਪਣੇ ਆਪ ਘੁੰਮ ਜੂਗਾ ਜੇ ਸੁੱਚ ਤੁਹਾਡੇ ਹੱਥ 'ਚ। ਹਾਂਜੀ ਅੱਗੇ ਚੱਲੀਏ। कबीर गह गचित पर्यो कुटुंब कह कांठे रह गयो राम आए परे धर्म राय के पीछे धूमा थाम। ਕਬੀਰ ਜੀ ਕਹਿੰਦੇ ਦੇਖ ਲਾ ਮਿੱਤਰਾ, ਮੈਂ ਕਹਿੰਦਾ 90% ਦੁਨੀਆ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ, 99% ਨੂੰ ਵੀ ਅਸੀਂ ਜਿਹੜਾ ਹੈਗਾ ਮਰ ਜਾਣਾ ਹੈ, ਅਸੀਂ ਬੁੱਢੇ ਵੀ ਹੋਣਾ ਹੈ। ਬਸ ਪੂਰੇ ਦੇ ਪੂਰੇ ਆਪਣਾ ਵਿਸਤਾਰ ਕਰਨ ਤੇ ਲੱਗੇ ਹੁੰਦੇ ਆ। ਬਸ ਪਹਿਲਾਂ ਜਿਹੜੇ ਹੈਗੇ ਆ ਆਪਣਾ ਜਿਹੜਾ ਪੜ੍ਹਾਈ ਕਰ ਲਈ, ਵਿਆਹ ਕਰ ਲਿਆ, ਵਿਆਹ ਕਰਕੇ ਬੱਚੇ ਹੋ ਗਏ, ਉਹਨਾਂ ਦੇ ਬੱਚਿਆਂ ਨੂੰ ਲੱਗ ਗਏ, ਉਹਨਾਂ ਦੇ ਬੱਚਿਆਂ ਨੂੰ, ਬਸ ਉਸ ਪੜ ਪੋਤਿਆਂ ਤੱਕ ਜਾਂਦੇ ਆ ਭਾਈ। ਕਹਿੰਦੇ ਐਸੇ ਤਰੀਕੇ ਦੇ ਨਾਲ ਪੂਰਾ ਤੂੰ ਗਹਿਗੱਚ ਹੋਇਆ ਪਿਆ, ਕੁਟੁੰਬ ਦੇ ਨਾਲ ਪੂਰੀ ਤਰ੍ਹਾਂ ਖਚਤ ਹੋਇਆ ਪਿਆ ਤੈਨੂੰ। ਕਹਿੰਦੇ ਸਾਨੂੰ ਥੋੜ੍ਹੀ ਨਾ ਫੁਰਸਤ ਹੈਗਾ, ਇਹ ਜਿਹੜਾ ਹੈਗਾ ਇਹ ਭਗਤੀ ਵਾਲੀ ਜਿਹੜੀ ਹੈਗੀ ਤਾਂ ਇਹ ਜਿਹੜੇ ਵਿਹਲਣਾ ਦਾ ਕੰਮ ਹੈਗਾ, ਬਸ ਸਾਨੂੰ ਤਾਂ ਸਮਾਂ ਹੀ ਨਹੀਂ ਹੈਗਾ। ਕਾਂਠੇ ਰਹਿ ਗਏ ਆਰਾਮ, ਕਹਿੰਦੇ ਭਗਤੀ ਜਿਹੜੀ ਹੈਗੀ ਪਾਸੇ ਰਹਿ ਗਈ। ਕਹਿੰਦੇ ਫਿਰ ਕੀ ਹੋਇਆ? ਆਏ ਪਰੇ ਧਰਮ ਰਾਏ ਕੇ ਵਿੱਚੇ ਧੂਮਾ ਧਾਮ। ਕਹਿੰਦੇ ਵਿੱਚੇ ਹੀ ਜਿਹੜਾ ਹੈਗਾ ਵਿਆਹ ਮਿਥਿਆ ਹੋਇਆ ਆ, ਤੇ ਬਸ ਆ ਵਿਆਹ ਆ, ਸਾਰੇ ਜਿਹੜੇ ਖੁਸ਼ੀ ਚੱਲ ਰਹੀ ਹੈ, ਉੱਧਰ ਦੇਖਿਆ ਤੇ ਉੱਧਰ ਉਹਨਾਂ ਦਾ ਜਿਹੜਾ ਹੈਗਾ ਬੰਦਾ ਹੀ ਜਿਹੜਾ ਪੂਰਾ ਫਿਊਜ਼ ਹੀ ਹੋ ਗਿਆ, ਬਲ ਵੀ ਫਿਊਜ਼ ਹੋ ਗਿਆ ਉਹਦਾ। ਪਤਾ ਹੀ ਨਹੀਂ ਲੱਗਣਾ ਕਦੋਂ ਜਿਹੜਾ ਧਰਮ ਰਾਏ ਦੇ ਦੂਤ ਆ ਜਾਣੇ ਆ ਔਰ ਚੱਕ ਕੇ ਲੈ ਜਾਣਾ ਹੈ ਆਪਾਂ ਨੂੰ ਭਾਈ। ਇਹ ਧੂਮ ਧਾਮ ਦੇ ਵਿੱਚੇ ਹੀ ਉਹਨਾਂ ਨੇ ਚੱਕ ਕੇ ਲੈ ਜਾਣਾ ਹੈ। ਬਿਲਕੁਲ ਦੇਖ ਲਓ ਇਸ ਤਰ੍ਹਾਂ ਹੀ ਹੁੰਦਾ ਹੈ। ਆਖਰੀ ਟਾਈਮ ਤੱਕ ਇਨਸਾਨ ਜਿਹੜਾ ਸੋਚਦਾ ਹੈ ਮੈਂ ਆਹ ਕਰ ਲਾਂ, ਮੈਂ ਉਹ ਕਰ ਲਾਂ, ਮੈਂ ਆਹ ਕਰ ਲਾਂ। ਇਸ ਤਰ੍ਹਾਂ ਹੀ ਜਿਹੜਾ ਹੈਗਾ ਇੱਕ ਬਾਬਾ ਸੀਗਾ ਪਿੰਡ ਦੇ ਵਿੱਚ, ਹੱਟੀ ਸੀਗੀ, ਬਸ ਉਹ ਘੋੜਰੂ ਵੱਜ ਰਿਹਾ, ਆਖਰੀ ਦੇ ਵਿੱਚ ਜਿਹੜਾ ਹੈਗੇ ਮਰਨ ਦਾ ਉਹ 4 ਮੁੰਡੇ ਸੀਗੇ ਤੇ ਬਸ ਉਹ ਕਹਿੰਦਾ ਜੀ ਸ਼ਾਮੂ ਕਿੱਥੇ ਆ? ਉਹ ਕਹਿੰਦਾ ਸ਼ਾਮੂ ਕਹਿੰਦਾ ਮੈਂ ਤਾਂ ਆ ਖੜਾ ਹਾਂ ਬਾਬਾ ਤੇਰੇ ਸੱਜੇ। ਕਹਿੰਦਾ ਰਾਮੂ ਕਿੱਥੇ ਆ? ਕਹਿੰਦੇ ਰਾਮੂ ਕਹਿੰਦਾ ਮੈਂ ਆ ਖੱਬੇ ਆ। ਤੇ ਕਹਿੰਦਾ ਮੰਗਤੂ ਕਿੱਥੇ ਆ? ਮੰਗਤੂ ਕਹਿੰਦੇ ਮੈਂ ਬਾਬਾ ਮੈਂ ਤੇਰੇ ਪੈਰਾਂ ਦੇ ਕੋਲ ਖੜਾ। ਫਿਰ ਕਹਿੰਦਾ ਸੱਤੂ ਕਿੱਥੇ ਹੋ? ਸੱਤੂ ਕਹਿੰਦਾ ਮੈਂ ਸਿਰ ਦੇ ਕੋਲ ਖੜਾ। ਕਹਿੰਦੇ ਸਹੁਰੇ ਹੋ ਸਾਰੇ ਇੱਥੇ ਖੜੇ ਹੋ ਤੇ ਹੱਟੀ ਤੇ ਕੌਣ ਆ? ਬਸ ਆਖਰੀ ਹੈ। ਇਸ ਤਰੀਕੇ ਨਾਲ ਧੂਮਾ ਧਾਮ ਦੇ ਵਿੱਚ ਹੀ ਜਿਹੜਾ ਹੈਗਾ ਆਪਾਂ ਨੂੰ ਖਿੱਚ ਲੈਣਾ ਹੈ। ਪਤਾ ਵੀ ਨਹੀਂ ਲੱਗਣਾ ਆਪਾਂ ਨੂੰ ਕਦੋਂ, ਅੱਜ ਦਾ ਕੱਲ, ਕੱਲ ਦਾ ਕੱਲ ਕਰਦੇ ਕਰਦੇ ਕਿਸ ਟਾਈਮ ਜਿਹੜਾ ਹੈਗਾ ਆਪਣਾ ਨੰਬਰ ਲੱਗ ਜਾਣਾ, ਕੋਈ ਪਤਾ ਨਹੀਂ ਪਾਈ। ਇੱਥੇ ਉਹਨਾਂ ਨੂੰ ਕੋਈ ਨਹੀਂ ਹੈਗਾ, ਕਿਸੇ ਬੱਚੇ ਨੂੰ ਚੁੱਕ ਲੈਣਾ ਉਹਨਾਂ ਨੇ, ਕਿਸੇ ਜਵਾਨ ਨੂੰ ਲੈ ਜਾਣਾ ਹੈ, ਕਿਸੇ ਬੁੱਢੇ ਨੂੰ ਲੈ ਜਾਣਾ ਹੈ, ਜਾਂ ਕਿਸੇ ਸੁੰਦਰ ਨੂੰ ਛੱਡ ਦੇਣਾ ਹੈ, ਜੇ ਬਦਸੂਰਤ ਨੂੰ ਲੈ ਜਾਣਾ ਹੈ। ਉਹ ਨਹੀਂ ਦੇਖਦੇ ਪਾਏ, ਕਿਸੇ ਦਾ ਲਿਹਾਜ਼ ਨਹੀਂ ਕਰਦੇ। ਹਾਂਜੀ ਗੋਰਖੀ ਸਾਹਿਬ।
ठीक है संगत जी, ऊपरली तो कुछ छुट गई मेरे तो। कहते ज्यों ज्यों भक्ति कबीर की त्यों तो राम निवास। हाँ जी, हाँ जी, कहते जिन्ना मैं गुड़ पाई जाना मिठा उन्ना ही हो जाता। बिल्कुल जगह बिल्कुल सही है। ज्यों ज्यों जिवें जिवें मैं मिठा पाई जा रहा भगती का उन्ना ही आत्मा तत्व प्रगट होई जा रहा। ठीक है जी, जिन्ना तुम करोगे उन्ना ही मिलोगे, जिन्ना तुम स्लो चलोगे सफर ते उन्ना ही हिसाब नाल चलना ना। भावें तुहाडी मर्जी है, भावें तुम एक दिन च गड्डी चला लो 50 किलोमीटर 100 किलोमीटर 400 500 800 वो तो तुहाडी मर्जी है। बिल्कुल। ते भावें तुसीं उस सफर नूं जिन्ना मर्जी लंबा कर लो। इत्थे कहंदे कबीर देखो आ जिहड़ा कहंदे ना गह गह गच प्रयोग कुटुंब क्या कांठे रह गए राम। वैसे भी आ देखो हुण तुसीं वेखो हुण आ कुटुंब तुहाडा ਇਹ ਤੇ ਪਹਿਲਾਂ ਹੀ ਹੈਗਾ ਸੀ। ਇਹ ਮੇਲਾ ਪਹਿਲਾਂ ਹੀ ਲੱਗਿਆ ਸੀ ਨਿੱਜਰ ਸਾਹਿਬ। ਬਿਲਕੁਲ। ਤੇ ਸਾਡੇ ਜਾਣ ਤੋਂ ਬਾਅਦ ਵੀ ਮੇਲਾ ਲੱਗਿਆ ਹੀ ਰਹਿਣਾ ਹੀ ਲੱਗਣਾ ਹੈ। ਪਰ ਬੰਦਾ ਸੋਚਦਾ ਨਹੀਂ ਮੈਂ ਚਲਾ ਗਿਆ ਤੇ ਮੇਲਾ ਠੰਡਾ ਨਾ ਪੈ ਜੇ। ਉਹ ਏਦਾਂ ਨਾ ਇੱਕ ਕਹਾਣੀ ਸੁਣਾਉਂਦਾ, ਪਹਿਲਾਂ ਸੁਣਾਈ ਹੈ ਵੈਸੇ ਵਧੀਆ ਕਹਾਣੀ। ਇੱਕ ਨਾ ਬੰਦਾ ਸੀ ਤੇ ਉਹ ਕਾਫੀ ਟਾਈਮ ਨਾਲ ਛੁੱਟੀ ਤੇ ਨਾ ਗਿਆ। ਮੈਨੇਜਰ ਸੀ ਕੰਪਨੀ ਦਾ, बड़ा रौला पिया। वो जावे ना छुट्टी, लोग बहुत परेशान कि छुट्टी नहीं जाता। वो कहता मैं जो छुट्टी गया तो फैक्ट्री बंद हो जानी। मैं चुकी है सारी फैक्ट्री मोढे ते। फिर भी 10 साल लंघ गए, वो नहीं छुट्टी गया। मैनेजमेंट ने बड़ा जोर लाया, कहते इदा करो तुसीं 15 दिन की छुट्टी ते चल जाओ। वो कहता वेख लो फैक्ट्री बंद हो जानी जो। कहते कोई गल नहीं, अहीं लोड़ पऊगी तो तेनों सद लांगे। चलो जी, वो बेचारा बड़ा परेशान वो चला गया। ध्यान ਉਹਦਾ फैक्ट्री ਦੇ ਵਿੱਚ ਹੀ कि मैं नहीं आया तो फैक्ट्री हो जानी बंद। चलो जी, वैसे 15 के दिन ਦੀ ਛੁੱਟੀ ਸੀ, ਉਹ 7 ਦਿਨਾਂ 'ਚ ਹੀ ਵਾਪਸ ਆ ਗਿਆ। ਤੇ ਵੇਖਿਆ ਕੰਮ ਤੇ ਡਬਲ ਹੋ ਗਈ ਪ੍ਰੋਡਕਸ਼ਨ। ਸਾਰੇ ਆਪਣੇ ਆਪ ਕੰਮ ਕਰ ਰਹੇ ਤੇ ਉਹ ਬੰਦਾ ਬੜਾ ਹੈਰਾਨ ਹੋ ਗਿਆ। ਉਹ ਕਹਿੰਦਾ ਮੈਂ ਤੇ ਸੋਚਿਆ ਸੀ ਫੈਕਟਰੀ ਬੰਦ ਹੋ ਗਈ ਨਹੀਂ ਹੈ, ਇਹ ਤੇ ਕੰਮ ਵੱਧ ਗਏ। ਉਹ ਕਹਿੰਦੇ ਮੈਨੂੰ ਏਦਾਂ ਕਰੋ ਕਿ ਤੁਸੀਂ ਹੁਣ ਇਹ ਨਵਾਂ, ਕਹਿੰਦੇ ਸਰ ਤੁਹਾਡੇ ਤੋਂ ਵਧੀਆ ਕਿ ਮੈਨੇਜਰ ਆ ਗਿਆ ਇੱਥੇ, ਬਹੁਤ ਮੈਨੇਜਰ ਵਧੀਆ ਤੇ ਉਹਨੇ ਬਹੁਤ ਕੰਮ ਚਲਾਇਆ। ਕਹਿੰਦਾ ਮੈਨੂੰ ਮੈਨੇਜਰ ਨੂੰ ਮਿਲਣਾ ਚਾਹੁੰਦਾ। ਤੇ ਜਦੋਂ ਉਹ ਆਪਣੇ ਦਫ਼ਤਰ 'ਚ ਗਿਆ ਉੱਥੇ ਕੋਈ ਖੋਤਾ ਹੈਗਾ ਮੈਨੇਜਰ ਸਾਹਿਬ, ਤੇ ਖੋਤੇ ਦੇ ਗਲ 'ਚ ਉਹਨਾਂ ਹਾਰ ਪਾਇਆ ਸੀ ਤੇ ਖੋਤਾ ਤੇ ਬੈਠਾ ਸੀ। ਤੇ ਉਹ ਤੇ ਕਹਿਣ ਤੋਂ ਭਾਵ ਆ ਕਿ ਕਈ ਵਾਰੀ ਬੰਦਾ ਨਾ ਐਵੇਂ ਹੀ ਕਿ ਬਸ ਮੈਂ ਨਾ ਹੁੰਦਾ ਤੇ ਤੂੰ ਕਿੱਥੋਂ ਵੇਖ ਜਾਂਦੀ। ਤੇ ਕਈ ਵਾਰੀ ਸਾਡੇ ਅੰਦਰ ਇੱਕ ਭਰਮ ਪੈ ਜਾਂਦਾ। ਆਪ ਜਸਟ ਸੋਚੋ ਕਿੱਡੇ ਕਿੱਡੇ ਵੱਡੇ ਮਿਨਿਸਟਰ ਚਲ ਗਏ ਆ। ਹਮ ਮਨਮੋਹਨ ਸਿੰਘ ਚਲ ਗਿਆ ਤੇ ਦੇਸ਼ ਨਹੀਂ ਚੱਲੂਗਾ? ਦੱਸੋ ਮੈਨੂੰ। ਇੱਥੇ ਅਸੀਂ ਵੀ ਚੱਲ ਜਾਣਾ ਤੇ ਦੇਸ਼ ਨਹੀਂ ਚੱਲੂਗਾ। ਇੱਥੇ ਕਿੰਨੇ ਚਲ ਗਏ ਆ। ਬਿਲਕੁਲ। ਬਾਣੀ ਚ ਕਤੋਕ ਆਉਂਦੀ ਹੈ, ਰਾਮ ਗਿਆ ਰਾਵਣ ਗਿਆ ਸਭ ਜਗ ਚੱਲਣ ਹਾਰ। ਰਾਮ ਗਿਓ ਰਾਵਣ ਗਿਓ जाको बहु परिवार। हाँ, राम गयो रावण गयो जाको बहु परिवार। नानक ਹੁਣ ਦੇਖ ਲਓ ਸੁਪਨੇ ਜੋ ਸੰਸਾਰ ਇਸ ਤਰ੍ਹਾਂ ਹੁੰਦਾ ਸਾਰਾ। ਹਾਂ, ਇਹ ਸੰਸਾਰ 'ਚ ਕਿਸੇ ਨੇ ਰੁਕਣਾ ਨਹੀਂ ਹੈਗਾ। ਜਿੰਨਾ ਰਾਮ ਸੀ, ਜਿੰਨੇ ਚੰਗੇ ਕੰਮ ਕੀਤੇ ਉਹ ਵੀ ਚਲਾ ਗਿਆ। ਇੱਕ ਰਾਵਣ ਸੀ, ਚਲੋ ਕਹਿੰਦੇ ਗਿਆਨੀ ਬਹੁਤ ਸੀ ਲੋਕੀ ਕਹਿੰਦੇ, ਪਰ ਗ੍ਰੰਥ ਤੇ ਕਹਿੰਦੇ ਤੂੰ ਗਿਆਨੀ ਤੇ ਮੰਨ ਲਿਆ ਬਹੁਤ ਸੀ, ਪਰ ਉਹਨੇ ਚੰਗਾ ਕੋਈ ਕੰਮ ਕੀਤਾ ਵਾ? ਕੱਲਾ ਗਿਆਨ ਇਕੱਠਾ ਕਰਨ ਦੇ ਨਾਲ ਕੀ ਹੋਇਆ? ਕਿਉਂਕਿ ਲੋਕਾਂ ਨੂੰ ਕੀ ਫਾਇਦਾ ਹੋਇਆ ਉਹਦੇ ਗਿਆਨ ਦਾ? ਉਹਨੇ ਕੋਈ ਏਦਾਂ ਦੀ ਲੀਕ ਖਿੱਚੀ, ਚੰਗੀ ਲੀਕ? ਜੇ ਨਹੀਂ ਖਿੱਚੀ ਤਾਂ ਪੜ੍ਹਿਆ ਲਿਖਿਆ ਵੀ ਕਿਸੇ ਕੰਮ ਦਾ ਨਹੀਂ ਆ। ਬਾਣੀ ਤਾਂ ਹੀ ਉਹ ਕਹਿੰਦੀ ਆ ਪੜ੍ਹੇ ਲਿਖੇ ਕਿਆ ਹੋਏ, ਜੇ ਸਹਿਜ ਨਾ ਮਿਲਿਆ ਸੋਏ, ਹਰ ਕਾ ਨਾਮ ਨਾ ਜਪਤ ਗਵਾਰਾ, ਕਿਆ ਸੋਚੇ ਬਾਰੰਬਾਰਾ। ਉਹ ਪੜ੍ਹਨ ਲਿਖਣ ਦੇ ਨਾਲ ਕੁਝ ਨਹੀਂ ਹੁੰਦਾ। ਹੁਣ ਮੇਰੇ ਕਾ ਇੱਥੇ ਯੂਨੀਵਰਸਿਟੀ ਪਹੁੰਚਿਆ, ਉਹ ਜੀ PhD ਕਰ ਲਈ ਹੈ, ਜਿਵੇਂ ਫਲਾਨੀ MA ਕਰ ਲਈ, ਉਹ ਤਾਂ ਮੈਂ ਆਊਟਪੁੱਟ ਕੀ ਕੱਢਿਆ, ਉੱਥੋਂ ਮੈਂ ਫਾਇਦਾ ਕੀ ਠਾਇਆ? ਚਲੋ ਨਹੀਂ ਨੌਕਰੀ ਕੀਤੀ, ਕੀ ਮੇਰੇ ਪਰਿਵਾਰ 'ਚ ਜਾਂ ਮੇਰੇ ਸਮਾਜ ਦੇ ਵਿੱਚ ਮੈਂ ਕੋਈ ਉਸ ਗਿਆਨ ਦੇ ਨਾਲ ਕੋਈ ਹੋਰ ਚੰਗੀ ਚੀਜ਼ ਬਣਾਈ, ਚੰਗਿਆਈ ਲਿਆਂਦੀ? ਜੇ ਨਹੀਂ ਲਿਆਂਦੀ ਤਾਂ ਫੇਰ ਕੀ ਫਾਇਦਾ ਹੋਇਆ? ਬਾਣੀ ਤਾਂ ਹੀ ਉਹ ਕਹਿੰਦੀ ਹੈ ਪੜ੍ਹੇ ਲਿਖੇ ਕਿਆ ਹੋਏ। ਜੇ ਤੇਰਾ ਆਊਟਪੁੱਟ ਨਹੀਂ ਨਿਕਲਿਆ ਤਾਂ ਤੇਰੀ ਪੜ੍ਹਾਈ ਦਾ ਵੀ ਕੀ ਮੁੱਲ ਹੈ?
ਠੀਕ ਹੈ ਨੇਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹੁਣ ਇਹ ਜੇ ਕਹਿੰਦੇ ਆ ਕਿ ਕੁਟੁੰਬ ਜਿਹੜਾ ਤੁਹਾਡੇ ਤੋਂ ਪਹਿਲਾਂ ਹੀ ਸੀ, ਤੁਸੀਂ ਵਿਆਹੇ ਸੀ ਸੰਸਾਰ ਤੇ, ਤੇਰਾ ਪਿਓ ਸੀ, ਤੇਰੀ ਮਾਂ ਸੀ, ਲਾਗੇ ਬੰਨੇ ਵੇਖ ਸਾਰਾ ਵਿਹੜਾ ਏਦਾਂ ਹੀ ਖਿੜਿਆ ਸੀ। ਉਹ ਭੋਲਿਆ ਜਿੱਦਾਂ ਤੂੰ ਜਾਣਾ ਏਦਾਂ ਖਿੜਿਆ ਹੋਣਾ ਵਾ, ਤਾਂ ਕੋਈ ਜ਼ਿਆਦਾ ਖਿੜ ਜਾਣਾ ਵਾ, ਤਾਂ ਤੂੰ ਨਹੀਂ ਕੋਈ ਰੁਕਾਵਟ ਪਾਈ ਹੈ? ਬਿਲਕੁਲ ਜੇ ਸੱਚ ਜੇ ਬਿਲਕੁਲ ਸਹੀ ਹੈ ਜੀ। ਮੁੜ ਕੇ ਤੇ ਤੂੰ ਉੱਥੇ ਨਿਕਲਿਆ ਨਾ, ਤੂੰ ਨਾ ਕਹਿਣਾ ਸ਼ੁਕਰ ਹੀ ਬਲਾ ਕੋਲੋਂ ਲੱਥੀ, ਇਹਨੇ ਖੰਘ ਕੇ ਸਾਡਾ ਜੀਣਾ ਆਰਾਮ ਕੀਤਾ ਹੈ। ਚਲੋ ਅੱਗੇ ਚੱਲੀਏ ਨੇਜਰ ਸਾਹਿਬ। ਕਬੀਰ ਸਾਕਤ ਤੇ ਸੁਕਰ ਭਲਾ ਰਾਖੇ ਹਾਛਾ ਗਾਉਂ ਸੋ ਉਹ ਸਾਕਤ ਬਪਰਾ ਮਰ ਗਿਆ ਕੋਈ ਨਾ ਲੈ ਨਾਉ। ਇਹ ਤਾਂ ਕਬੀਰ ਜੀ ਜਿਹੜੇ ਹੈਗੇ, ਦੇਖ ਲਓ ਭਾਈ ਕੀ ਕਹਿ ਰਹੇ ਆ ਆਪਾਂ ਨੂੰ। ਕਹਿੰਦੇ ਆ ਭਾਈ ਜੇ ਤੂੰ ਸਾਕਤ ਹੈਗਾ, ਰੱਬ ਦੀ ਭਗਤੀ ਹੈ ਨਹੀਂ ਤੇਰੇ, ਧਿਆਨ ਸਿਮਰਨ ਹੈ ਨਹੀਂ ਗਾ, ਭਗਤੀ ਨਾਮ ਦੀ ਚੀਜ਼ ਤੇਰੇ ਅੰਦਰ ਹੈ ਨਹੀਂ ਗੀ, ਜੇ ਤੂੰ ਆਪਣੇ ਮੂਲ ਨੂੰ ਨਹੀਂ ਪਛਾਣ ਰਿਹਾ ਤੇ ਤੇਰੇ ਨਾਲੋਂ ਤਾਂ ਸੂਰ ਚੰਗਾ ਹੈ ਭਾਈ। ਤੂੰ ਦੱਸ ਕੀ ਕਰ ਰਿਹਾ ਦੁਨੀਆ ਦੇ ਵਿੱਚ, ਕੀ ਦੇ ਕੇ ਜਾ ਰਿਹਾ, ਕੀ ਕਰ ਰਿਹਾ ਦੁਨੀਆ ਦੇ ਵਿੱਚ? ਉਹ ਸੂਰ ਤਾਂ ਫਿਰ ਵੀ ਜਿਹੜਾ ਹੈਗਾ ਪਿੰਡ ਦੀ ਜਿਹੜੀ ਹੈਗੀ ਗੰਦਗੀ ਜਿਹੜੀ ਹੈਗੀ ਖਾ ਕੇ ਸਫਾਈ ਕਰ ਲੈਂਦਾ। ਤੇਰੇ ਨਾਲੋਂ ਤਾਂ ਉਹ ਸੂਰ ਚੰਗਾ ਹੈ ਪਿਆਰਿਆ। ਜੇ ਤੂੰ ਜਿਹੜਾ ਹੈਗਾ ਜਿਹੜਾ ਹੈਗਾ ਤੇਰੇ ਅੰਦਰ ਗੁਣ ਹੀ ਨਹੀਂ ਹੈਗੇ, ਤੂੰ ਭਗਤੀ ਕਰਦਾ ਹੀ ਨਹੀਂ ਹੈ, ਤੂੰ ਦੁਨੀਆ ਦੇ ਵਿੱਚ ਕੋਈ ਕਿਸੇ ਦਾ ਜਿਹੜਾ ਸਵਾਰਦਾ ਨਹੀਂ ਹੈ, ਤੇ ਤੇਰੇ ਨਾਲੋਂ ਤਾਂ ਸੂਰ ਚੰਗਾ ਹੈਗਾ। ਉਹ ਸਾਕਤ ਬਪਰਾ ਮਰ ਗਿਆ ਕੋਈ ਨਾ ਲੈ ਹੈ ਨਾਉ। ਤੈਨੂੰ ਕਾਹਦੇ ਲਈ ਯਾਦ ਕਰਨਾ ਹੈ? ਤੂੰ ਕੀ ਕਰਕੇ ਜਾ ਰਿਹਾ ਹੈ ਵਿਚਾਰਿਆ? ਤੂੰ ਦੁਨੀਆ ਦੇ ਵਿੱਚ ਕੀ ਕਰਕੇ ਜਾਣਾ? ਦੇਖ ਹਾਲੇ ਵੀ ਸੰਭਲ ਜਾ, ਹਾਲੇ ਵੀ ਕਰ ਲਾ ਕੁਛ ਨਾ ਕੁਛ ਪਾਈ, ਆਪਣੇ ਅੱਗੇ ਸਵਾਰ ਲਾ, ਤੇ ਕੁਛ ਨਾ ਕੁਛ ਜਿਹੜਾ ਹੈਗਾ ਪਰਉਪਕਾਰ ਕਰ, ਨਹੀਂ ਤਾਂ ਕਿਸੇ ਨੇ ਵੀ ਤੇਰਾ ਨਾਮ ਤੱਕ ਨਹੀਂ ਲੈਣਾ, ਭਾਵੇਂ ਦੁਨੀਆ ਦੇ ਵਿੱਚ ਕਿੰਨਾ ਵੱਡਾ ਅਮੀਰ ਹੋ ਜਾਏ ਬਸ। ਹਾਂਜੀ ਵੀਰ ਜੀ। ਆਓ ਕਹਿ ਰਹੇ ਨੇ ਕਿ ਜਿਹੜੇ ਰੁੱਖ ਦੀ ਛਾਂ ਦਾ ਕਿਸੇ ਨੇ ਆਨੰਦ ਨਹੀਂ ਮਾਣਿਆ, ਕੋਈ ਛਾਂ ਤੇ ਥੱਲੇ ਬੈਠਾ ਹੀ ਨਹੀਂ, ਉਹਦਾ ਸਮਾਜ 'ਚ ਕੋਈ ਪਲੇ ਨਹੀਂ, ਕੋਈ ਰੋਲ ਨਹੀਂ ਜਿਹੜਾ ਉਹਨੇ ਅਦਾ ਕੀਤਾ ਹੋਵੇ। ਉਹ ਕਹਿੰਦੇ ਉਹਨੇ ਚੰਗਾ ਤਾਂ ਸੂਰ ਹੀ ਚੰਗਾ, ਕਮ ਸੇ ਸਫਾਈ ਤੇ ਕਰਦੇ ਆ ਪਿੰਡ ਦੀ। ਬਿਲਕੁਲ। ਹੁਣ ਜਿਹੜਾ ਸੂਰ ਆ, ਉਹ ਸੂਰ ਨੂੰ ਲੋਕੀ ਬਹੁਤ ਨਫ਼ਰਤ ਕਰਦੇ, ਗੰਦਾ ਜਾਨਵਰ ਆ, ਪਰ ਕਾਈਂਡ ਆਫ ਉਹ ਤੇ ਕਲੀਨਿੰਗ ਕਰ ਰਿਹਾ, ਉਹ ਸਫਾਈ ਕਰ ਰਿਹਾ। ਤੇ ਉਹ ਕਹਿੰਦੇ ਤੇਰੇ ਨਾਲ ਦੋ ਚੰਗਾ ਜੇ ਤੂੰ ਰੱਬ ਦਾ ਨਾਂ ਹੀ ਨਹੀਂ ਜਪਿਆ, ਤੇਰੀ ਜ਼ਿੰਦਗੀ ਦੇ ਵਿੱਚ ਕੋਈ ਉਚਾਈ ਨਹੀਂ, ਕੋਈ ਗੱਲਬਾਤ ਨਹੀਂ, ਤੂੰ ਇੱਕ ਜਾਨਵਰ ਲੈਵਲ ਦਾ ਜੀਵਨ ਬਤੀਤ ਕਰ ਰਿਹਾ। ਉਹ ਭੋਲਿਆ ਫਿਰ ਤੂੰ ਆਪਣੇ ਆਪ ਨੂੰ ਐਵੇਂ ਨਾ ਹੰਕਾਰੀ ਸਮਝ, ਤੇਰੇ ਨਾਲੋਂ ਸੂਰ ਚੰਗਾ ਹੀ। ਕਿਉਂਕਿ ਤੇਰਾ ਆਊਟਪੁੱਟ ਕੋਈ ਨਹੀਂ, ਉਹ ਤੇ ਗ੍ਰਾਮ ਨੂੰ ਸਾਫ਼ ਕਰ ਰਿਹਾ, ਪਿੰਡ ਨੂੰ ਸਾਫ਼ ਕਰ ਰਿਹਾ, ਚੰਗਿਆਈ ਲੈ ਰਿਹਾ, ਬੁਰਾਈ ਖਤਮ ਕਰ ਰਿਹਾ। ਔਰ ਤੂੰ ਕੀ ਕੀਤਾ? ਹਾਂਜੀ ਅੱਗੇ ਚੱਲੀ ਨਜਰ ਸਾਹਿਬ। ਅੱਗੇ ਕਬੀਰ ਜੀ ਬਹੁਤ ਜ਼ਬਰਦਸਤ ਜਿਹੜਾ ਹੈਗਾ ਫੇਰ ਸੱਟ ਮਾਰ ਰਹੇ ਆ, ਪਤਾ ਨਹੀਂ ਆਪਣੇ ਲੱਗਦੀ ਹੈ ਕਿ ਨਹੀਂ। ਕਬੀਰ ਕੌਡੀ ਜੋਰ ਖੈ ਜੋਰੇ ਲੱਖ ਕਰੋੜ। ਹੁਣ ਕਹਿੰਦੇ, ਹੁਣ ਜਿਹੜਾ ਆਪਾਂ ਨੇ ਕਬੀਰ ਜੀ ਦੇ ਪਿਛਲੇ ਤੇ ਵਿੱਚ ਕਹਿੰਦੇ ਆ ਬਈ ਤੂੰ ਜਿਹੜਾ ਕੁਛ ਕੀਤਾ ਨਹੀਂ, ਤੇ ਆਪਾਂ ਕਹਾਂਗੇ ਅਸੀਂ ਤਾਂ ਦੇਖੋ ਜੀ ਇੰਨਾ ਘਰ ਦੇ ਇੱਕ ਦੀ ਜਗ੍ਹਾ 3 ਤਾਂ ਮੇਰੇ ਹੈਗੇ ਘਰ ਹੈਗੇ ਆ, ਔਰ ਇੰਨੀ ਮੇਰੀ ਜ਼ਮੀਨ, ਇੰਨੇ ਕਿੱਲੇ ਲੈ ਲਏ ਮੈਂ ਜ਼ਮੀਨ ਦੇ, ਇੰਨੀਆਂ ਗੱਡੀਆਂ ਹੈ ਮੇਰੀਆਂ, ਇੰਨਾ ਸਾਰਾ ਕੁਛ ਤਾਂ ਮੇਰਾ ਹੈਗਾ, ਲੱਖਾਂ ਕਰੋੜਾਂ ਰੁਪਏ ਦੀ ਜਾਇਦਾਦ ਹੈ, ਇੰਨਾ ਤਾਂ ਬੈਂਕ ਬੈਲੈਂਸ ਹੈਗਾ। ਕਬੀਰ ਕੌਡੀ ਜੋਰ ਖੈ ਜੋਰੇ ਲੱਖ ਕਰੋੜ। ਕਹਿੰਦੇ ਜੁੜਦੇ ਕਿਵੇਂ ਆ? ਕੌਡੀ ਜੋੜ ਕੇ। ਕਹਿੰਦੇ ਜਿਹੜਾ ਜੋੜਨ ਦੇ ਉੱਤੇ ਹੁੰਦਾ ਜੋ ਪੈਸੇ ਜੁੜੀ ਜਾਂਦੇ। ਕੌਡੀ ਜੋੜ ਕੇ ਜੋਰੇ ਲੱਖ ਕਰੋੜ, ਲੱਖਾਂ ਕਰੋੜਾਂ ਹੀ ਜੋੜ ਲੈ। ਕਹਿੰਦੇ ਚਲਤੀ ਵਾਰ ਨਾ ਕਛ ਮਿਲਿਓ ਲਈ ਲੰਗੋਟੀ ਤੋਰ। ਕਹਿੰਦੇ ਚੱਲਦੇ ਵੇਲੇ ਕੁਛ ਵੀ ਨਹੀਂ ਮਿਲਿਆ, ਚੱਲਦੇ ਵੇਲੇ ਦੱਸ ਦੇ ਤੂੰ ਕਿ ਘਰ ਘਾਟ ਚੋਂ ਕਿਹੜੀ ਚੀਜ਼ ਨਾਲ ਲੈ ਕੇ ਜਾਏਗਾ। ਔਰ ਪਹਿਲਾਂ ਜਿਹੜੇ ਸੀਗੇ, ਪਹਿਲੇ ਜ਼ਮਾਨੇ ਦੇ ਵਿੱਚ ਜਿਹੜੇ ਹੈਗੇ ਚਾਂਦੀ ਦੇ ਚੱਲਦੇ ਸੀ ਨੋਟ, ਚਾਂਦੀ ਦੇ ਸਿੱਕੇ ਚੱਲਦੇ ਸੀਗੇ। ਉਹ ਜਿਹੜੇ ਹੈਗੇ ਆ ਬਾਬਿਆਂ ਕੋਲ ਜਿਹੜੇ ਹੈਗੇ ਛੁਪਾ ਕੇ ਹੁਣ ਰੱਖਣ ਨੂੰ ਕਿੱਥੇ ਰੱਖਣ, ਤੇ ਕੱਪੜੇ ਆਪ ਤਾਂ ਧੋਂਦੇ ਨਹੀਂ ਸੀ, ਕੱਪੜੇ ਵੀ ਧੋਣੇ ਕਿਸੇ ਨੇ ਤੇ ਜੇਬ 'ਚ ਵੀ ਨਹੀਂ ਰੱਖ ਸਕਦੇ। ਉਹ ਲੰਬੀ ਲੰਗੋਟੀ ਬਹੁਤ ਲੰਬਾ ਜਿਹਾ ਹੁੰਦਾ, ਉਹਦਾ ਲੰਗੋਟ ਦਾ ਉਹਦੇ ਵਿੱਚ ਹੀ ਜਿਹੜੇ ਹੈਗੇ ਗੱਠ ਮਾਰ ਲੈਂਦੇ ਸੀ। ਲਾਸਟ ਜਦ ਮਰਿਆ ਬਾਬਾ ਤੇ ਕਹਿੰਦੇ ਹਾਲੇ ਨਾ ਇਹਨੂੰ ਹਾਲੇ ਨਾ ਸਾੜੋ ਭਾਈ, ਠਹਿਰੋ, ਇਹਦੀ ਲੰਗੋਟੀ ਖੋਲੋ, ਉਹਦੇ 'ਚ ਕੁਛ ਨਾ ਕੁਛ ਮਿਲੂਗਾ ਭਾਈ। ਆਖਰੀ ਟਾਈਮ ਤੇ ਉਹ ਲੰਗੋਟੀ ਵੀ
ਖੋਲ ਕੇ ਉਹਦੇ ਚੋਂ ਵੀ ਕੱਢ ਲੈਂਦੇ। ਹਾਂਜੀ ਵੀਰ ਜੀ। ਇਹ ਸਾਧ ਸੰਗਤ ਜੀ ਦੀ ਜਿਹੜਾ ਇਜਿਪਟ ਹੈਗਾ ਨਾ, ਉੱਥੇ ਜਿਹੜੇ ਪਿਰਾਮਿਡ ਬਣਾਏ ਤੇ ਉਹਨਾਂ ਵਿੱਚ ਇਹਨਾਂ ਨੇ ਬੜਾ ਬੜਾ ਸੋਨਾ ਨਾਲ ਨੱਪ ਦੇਣਾ। ਜਦੋਂ ਬੰਦਾ ਮਰ ਜਾਂਦਾ ਸੀ ਨਾ, ਉਹਦੀ ਮਮੀ ਬਣਾ ਦਿੰਦੇ ਸੀ ਨਾਲ ਫਿਰ ਸੋਨਾ। ਕਿਸ ਲਈ ਸੋਨਾ? ਕਿ ਅਗਲੇ ਬੰਨੇ ਜਿਹੜੀ ਯਾਤਰਾ ਦੇ ਨਿਕਲਣਾ ਹੈ, ਉੱਥੇ ਇਹ ਪੈਸਾ ਇਹਦੇ ਕੰਮ ਆਵੇ। ਏਦਾਂ ਕਰਦੇ ਆ ਲੋਕ। ਉਹ ਜੇ ਉਹ ਸ਼ਦਾਈ ਲੱਗਦੇ ਤੇ ਆਪਾਂ ਵੀ ਕਿਹੜੇ ਘੱਟ ਆ। ਆਪਾਂ ਬਥੇਰੇ ਖੰਡ ਪਾਠ ਕਰਾਉਂਦੇ ਆ, ਦਾਨ ਕਰਦੇ ਆ। ਕਿਹਦੇ ਨਾਲ ਹੀ? ਉਹ ਜਿਹੜਾ ਬਜ਼ੁਰਗ ਸਰੀਰ ਦਾ ਤਿਆਗ ਕਰਕੇ ਉਹਨਾਂ ਨੂੰ ਉਹਦਾ ਫਲ ਮਿਲੇ। ਕਿਹਦਾ? ਜਿਹੜਾ ਖੰਡ ਪਾਠ ਕਰਾਇਆ, ਜਿਹੜਾ ਲੰਗਰ ਲਾਇਆ। ਆਪ ਜਸਟ ਸੋਚੋ, ਉਹ ਚੀਜ਼ ਤੁਹਾਡੀ ਉੱਥੇ ਪਹੁੰਚਦੀ ਹੈ? ਦੱਸੋ ਮੈਨੂੰ। ਇਹ ਤਾਂ ਤੇ ਅਮੀਰ ਬੰਦੇ ਬਹੁਤ ਹੈਗੇ ਨੇ ਉੱਥੇ ਮੇਰੇ ਹਿਸਾਬ ਨਾਲ 365 ਦਿਨ ਹੀ ਬੁੱਕ ਕਰਾ ਸਕਦੇ ਨੇ ਜਿਸ ਸਾਹਿਬ ਲੰਗਰ। ਬਿਲਕੁਲ। ਉਹ ਤਾਂ ਫਿਰ ਸਾਰੇ ਸਵਰਗ 'ਚ ਬੈਠੇ ਹੋਣ ਤੇ ਮੇਰੇ ਸਾਰੇ ਉਹਦਾ ਫਾਇਦਾ ਨਹੀਂ ਠਾ ਸਕਦੇ। ਹੁਣ ਦੇਖੋ ਸਾਧ ਸੰਗਤ ਜੀ, ਇਸ ਚੀਜ਼ ਨੂੰ ਸਮਝੋ ਪਲੀਜ਼। ਹੁਣ ਇਹ ਚੀਜ਼ ਆਪਾਂ ਸਮਝੀਏ ਕਿ ਜਦੋਂ ਜਿੰਨਾ ਚਿਰ ਤੱਕ ਸਾਡੇ ਪੱਲੇ ਕੁਝ ਹੈਗਾ ਨਾ ਇਸ ਸੰਸਾਰ ਦਾ, ਚਾਹੇ ਕੋਈ ਵਧੀਆ ਚੀਜ਼ ਤੇ ਬੱਲੇ ਬੱਲੇ ਤੇ ਹੈਗੀ ਆ। ਉਹ ਰਾਜਾ ਹਿਊ ਵਾਂਗੂ। ਪਰ ਇੱਕ ਸਮਾਂ ਆਉਂਦਾ ਹੈ, ਇਹ ਚੀਜ਼ਾਂ ਜਿਹੜੀਆਂ ਮੈਟਰ ਨਹੀਂ ਕਰਦੀਆਂ। ਬੰਦੇ ਨੂੰ ਪਤਾ ਹੈ ਕਿ ਇੱਥੇ ਬਾਹਰ ਹੀ ਧਾਰਿਆ ਹੋਇਆ ਜੀਵਨ ਸੀ, ਅਸਲੀਅਤ ਨਹੀਂ ਸੀ। ਹੁਣ ਅੱਜ ਦੀ ਤੁਕ 'ਚ ਵੇਖੋ, ਉੱਤੇ ਲਿਖਿਆ ਉਹਨਾਂ ਨੇ, ਜੋ ਤੂੰ ਅੰਦਰੋਂ ਆਇਆ, ਜੋ ਤੂੰ ਅਸਲੀ ਹੈ, ਉਹ ਤੈਨੂੰ ਚੰਗੀ ਤਰ੍ਹਾਂ ਪਤਾ। ਬਾਹਰੋਂ ਭਾਵੇਂ ਤੂੰ ਜਿੰਨਾ ਮਰਜ਼ੀ ਪੇਂਟ ਕਰ ਲਿਆ, ਤੂੰ ਰਹਿਣਾ ਉਹੀ ਹੈ ਜਦੋਂ ਅਸਲੀ ਅੰਦਰੋਂ। ਤੇ ਫਿਰ ਜੇਕਰ ਉਹਦੇ ਬਾਰੇ ਮੈਨੂੰ ਪਤਾ ਹੈ ਕਿ ਮੈਂ ਅੰਦਰੋਂ ਨਹੀਂ ਬਦਲ ਰਿਹਾ, ਔਰ ਉਸ ਨੂੰ ਬਦਲਣ ਦੇ ਲਈ, ਆਪਣੇ ਆਪ ਨੂੰ ਚੰਗਾ ਕਰਨ ਦੇ ਲਈ ਜੇ ਮੈਂ ਕੋਸ਼ਿਸ਼ ਵੀ ਕਰਦਾ, ਤੇ ਕਹਿੰਦੇ ਵੀ ਤੂੰ ਕੰਮ ਮਾੜਿਆ ਤੇਰੇ ਲਈ। ਇਸ ਕਰਕੇ ਧਿਆਨ ਦੇ ਆਪਣੇ ਵੱਲ। ਠੀਕ ਹੈ ਨਿਜਾ ਸਾਹਿਬ? ਹਾਂਜੀ। ਕਿਉਂਕਿ ਜਿਹੜਾ ਚੀਜ਼ ਜਿਹੜੀ ਹੈਗੀ ਨਾ, ਆਪਾਂ ਜਿਹੜੀ ਹੈ ਗੁਰੂ ਨਾਨਕ ਸਾਹਿਬ ਨੇ ਇਸੇ ਵਾਸਤੇ ਤਾਂ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਉਹ ਖੇਤਾਂ ਨੂੰ ਪਾਣੀ ਦੇ ਰਹੇ ਸੀ, ਉਹ ਸੂਰਜ ਨੂੰ ਪਾਣੀ ਦਿੰਦੇ ਸੀ। ਮਹਾਰਾਜ ਨੇ ਉਹ ਇਕੱਠ ਦੇ ਵਿੱਚ ਦੇਖ ਲਓ ਕਿ ਹਰਿਦੁਆਰ ਜਿਹੜੇ ਹੈਗੇ ਉਹ ਖੇਤਾਂ ਨੂੰ ਪਾਣੀ ਦੇਣ ਲੱਗ ਪਏ, ਉਹਨਾਂ ਨੂੰ ਸਮਝਾਉਣ ਦੇ ਵਾਸਤੇ ਬਈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਇਸ ਤਰੀਕੇ ਦੇ ਨਾਲ ਦਾਨ ਕਰਨ ਦੇ ਨਾਲ ਨਹੀਂ ਕੁਛ ਹੋਣਾ। ਇਹ ਅਗਲਾ ਸ਼ਬਦ ਆ ਗਿਆ, ਕਬੀਰ ਬੈਸਨੋ ਹੁਆ ਤਾਂ ਕਿਆ ਪਿਆ, ਮਾਲਾ ਮੇਲੀ 4। ਆ ਲਿਖ ਲਓ। ਕਹਿੰਦੇ ਹੁਣ ਜਿਹੜੇ ਹੈਗੇ ਕਬੀਰ ਜੀ ਜਿਹੜੇ ਭਗਤੀ ਵੱਲ ਦੇ ਰਸਤੇ ਦੇ ਉੱਤੇ ਜਿਹੜੇ ਹੈਗੇ ਉਹਨਾਂ ਨੂੰ ਵੀ ਚੇਤਾਵਨੀ ਦੇ ਰਹੇ ਆ ਭਾਈ। ਕਬੀਰ ਬੈਸਨੋ ਹੁਆ ਤਾਂ ਕਿਆ ਪਿਆ, ਮਾਲਾ ਮੇਲੀ 4। ਕਹਿੰਦੇ ਬਸ ਇਹਦੇ 4 ਮਾਲਾ ਮੇਲ ਕੇ ਮੈਂ ਨਿਤਨੇਮ ਕਰ ਲਿਆ, ਹੋ ਗਿਆ ਜੀ ਬਸ, ਬਾਕੀ ਸਾਰਾ ਸਾਡਾ ਹੋ ਗਿਆ, ਨਹਾ ਲੈ ਧੋ ਲੈ, ਬਸ 4 ਜਿਹੜੇ ਹੈਗੇ ਮਾਲਾ ਫੇਰ ਲੀਆਂ ਤੇ ਬਸ ਹੋ ਗਿਆ, ਜਿਹੜਾ ਨਿਤਨੇਮ ਹੋ ਗਿਆ, ਸਾਰਾ ਆਪਣਾ ਰੂਟੀਨ ਖਤਮ ਹੋ ਗਿਆ। ਕਹਿੰਦੇ ਇਹਦੇ ਨਾਲ ਕੀ ਹੋਊਗਾ ਭਾਈ? ਤੂੰ ਆਪਣੇ ਆਪ ਨੂੰ ਵੈਸ਼ਨੂੰ ਸਮਝਦਾ, ਆਪਣੇ ਆਪ ਨੂੰ ਸਮਝਦਾ ਮੇਰੇ ਵਰਗਾ ਤਾਂ ਕੋਈ ਧਾਰਮਿਕ ਕੋਈ ਨਹੀਂ ਹੈਗਾ। ਮੈਂ ਤਾਂ ਜਿਹੜਾ ਹੈਗਾ ਭਾਈ, ਮੈਂ ਤਾਂ ਸਿੱਧਾ ਸਵਰਗ ਦੇ ਵਿੱਚ ਜਾਊਂਗਾ, ਮੈਂ ਤਾਂ ਪਰਮੇਸ਼ਰ ਦੇ ਦਰਬਾਰ 'ਚ ਵੜੂੰਗਾ। ਕਹਿੰਦੇ ਬਾਹਰ ਕੰਚਨ ਬਾਰਹਾ, ਭੀਤਰ ਭਰੀ ਭੰਗਾਰ। ਕਹਿੰਦੇ ਬਾਹਰੋਂ ਜਿਹੜਾ ਹੈਗਾ ਇਹ ਸਿਰਫ ਤੂੰ ਕਰਮ ਕਾਂਡ ਕਰ ਰਿਹਾ, ਰੂਟੀਨ ਕਰ ਰਿਹਾ ਆ। ਬਾਹਰ ਤੇਰਾ ਦਿੱਖ ਤੇਰੀ ਹੈਗੀ ਆ, ਤੇਰਾ ਵੇਸ਼ ਭੇਖ ਤੇਰਾ ਜਿਹੜਾ ਹੈਗਾ ਇਹ ਸਾਰਾ ਦਾ ਸਾਰਾ ਸ਼ੁੱਧ ਸੋਨੇ ਵਰਗਾ ਹੋ ਗਿਆ, ਬਾਰਹਾ ਕੰਚਨ ਵਰਗਾ ਹੋ ਗਿਆ। ਤੇ ਭੀਤਰ ਭਰੀ ਭੰਗਾਰ, ਤੇਰੇ ਅੰਦਰ ਤਾਂ ਜਿਹੜੀ ਹੈਗੀ ਉਸੇ ਤਰੀਕੇ ਦੇ ਨਾਲ ਜਿਹੜੇ ਹੈਗੇ ਗਾਰਬੇਜ ਪਈ ਹੋਈ ਹੈ। ਮਨ ਤਾਂ ਉਸੇ ਤਰ੍ਹਾਂ ਕਾਲਾ ਹੈ, ਤੇਰੇ ਜਿਹੜੇ ਸੰਸਕਾਰ ਤਾਂ ਉਸੇ ਤਰੀਕੇ ਦੇ ਨਾਲ ਮਾਇਆ ਦੇ ਸਾਰੇ ਦੇ ਸਾਰੇ ਤੇਰੇ ਅੰਦਰ ਉਹੀ ਵਿਚਾਰ, ਉਹੀ ਸਾਰਾ ਕੁਛ ਤੇਰੇ ਅੰਦਰ ਭਰਿਆ ਪਿਆ ਹੈ ਭਾਈ। ਇਹਦਾ ਕੀ ਤੇਰੇ ਇਹੋ ਜਿਹੇ ਵੈਸ਼ਨੂੰ ਹੋਣ ਦਾ ਕੀ ਫਾਇਦਾ ਭਾਈ, ਜੇ ਤੂੰ ਆਪਣੇ ਮਨ ਨੂੰ ਅੰਦਰ ਜਿਹੜਾ ਹੈਗਾ ਮਨ ਨੂੰ ਦੇਖਿਆ ਵੀ ਨਹੀਂ, ਮਨ ਨੂੰ ਜਿਹੜਾ ਹੈਗਾ ਮਨ ਨੂੰ ਨਿਰਮਲ ਕੀਤਾ ਵੀ ਨਹੀਂ। ਹਾਂਜੀ ਵੀਰ ਜੀ। ਹਾਂਜੀ ਉਹ ਕਹਿੰਦੇ ਤੁਹਾਡਾ
ਮਾਈਕ ਦੇਖੋ। ਸੌਰੀ ਹਾਂਜੀ ਨਹੀਂ ਗੱਲ ਬਣ ਰਹੀ। ਆ ਗਈ ਬਸ ਹਿਲਾਓ ਨਾ ਤੁਸੀਂ। ਹਾਂਜੀ ਕਹਿੰਦੇ ਕਿ ਅੰਦਰੋਂ ਤੂੰ ਮਤਲਬ ਖੱਦਰ ਭੰਡਾ ਰਿਹਾ, ਅੰਦਰ ਤੇਰੇ ਖੋਟ ਭਰੀ ਆ। ਹੁਣ ਦੇਖੋ ਤੁਸੀਂ ਸੋਨਾ ਲੈ ਆਓ ਬਾਜ਼ਾਰੋਂ ਖਰੀਦ ਕੇ, ਬਾਹਰਲੀ ਜਿਹੜੀ ਪਰਤ ਆ ਬਹੁਤ ਵਧੀਆ ਸੋਨਾ ਹੋਵੇ ਤੇ ਵਿੱਚ ਕੁਝ ਖੋਟ ਪਾਈ ਹੋਵੇ ਨਜਰ ਸਾਹਿਬ, ਤੇ ਜਦੋਂ ਤੁਹਾਨੂੰ ਅਸਲੀਅਤ ਦਾ ਪਤਾ ਲੱਗੇ ਕਿ ਇਹ 'ਚ ਖੋਟ ਹੈਗੀ ਆ, ਕੀ ਉਹ ਸੋਨਾ ਤੁਹਾਨੂੰ ਚੰਗਾ ਲੱਗੂਗਾ? ਨਹੀਂ ਕਹਿਣਾ ਦਫਾ ਕਰੋ, ਉਹਦਾ ਕੋਈ ਪੈਸਾ ਹੀ ਨਹੀਂ ਮਿਲਣਾ। ਹਾਂ, ਇਸੇ ਹੀ ਤਰ੍ਹਾਂ ਕਹਿੰਦੇ ਕਿ ਤੂੰ ਜਿਹੜਾ ਬਾਹਰੀ ਫੇਸ ਆ, ਜਦੋਂ ਤੂੰ ਬਾਹਰੀ ਆਰਟੀਫਿਸ਼ਲ ਜਿਹੜੇ ਨਕਲੀ ਫੁੱਲ ਲਾ ਕੇ ਬੈਠਾ ਹੈ ਕਿ ਬੜਾ ਵਧੀਆ ਬੰਦਾ, ਦਾਨੀ ਹੈ ਜੀ, ਬੜਾ ਨਿਤਨੇਮੀ ਹੈ, ਬੜੀ ਮਾਲਾ ਫੇਰਦਾ, ਬੜਾ ਪਾਠ ਪੜਦਾ ਜੀ, ਬਾਣੀ ਫੇਰ ਕਹਿੰਦੀ ਰਾਮ ਰਾਮ ਕਰਤਾ ਸਭ ਜੱਗ ਫੇਰੇ ਰਾਮ ਨਾ ਪਾਇਆ ਜਾਏ। ਇਹ ਕਬੀਰ ਸਾਹਿਬ ਵੀ ਨਹੀਂ, ਇਹ ਤੀਸਰੀ ਪਾਤਸ਼ਾਹੀ ਦਾ ਸ਼ਬਦ ਹੈ। ਹਾਂਜੀ ਵਿੱਚ ਹਾਂ, ਤੇ ਵੇਖੋ ਬਾਣੀ 'ਚ ਲਿਖਿਆ ਰਾਮ ਰਾਮ ਕਰਤਾ ਸਭ ਜੱਗ ਫੇਰੇ ਰਾਮ ਨਾ ਪਾਇਆ ਜਾਏ। ਉਹ ਕਹਿੰਦੇ ਕਿ ਸਾਰਾ ਜੱਗ ਤੁਰਿਆ ਫਿਰਦਾ, ਉਹ ਕਹਿੰਦੇ ਮਾਲਾ ਫੇਰੀ ਜਾਓ। ਕਾਹਦੀ ਮਾਲਾ ਫੇਰਨੀ ਆ? ਕੀ ਆਪ ਸੋਚਦੇ ਜੋ ਪਰਮਾਤਮਾ ਚਾਹੁੰਦਾ ਕਿ ਤੂੰ ਮਾਲਾ ਫੇਰੀ ਆ, ਇੱਥੇ ਮੇਰੀ ਪੂਜਾ ਕੀਤੀ ਆ, ਲੱਕੜ ਦਾ ਘਰੇ ਮੰਦਿਰ ਬਣਾਇਆ ਤੇ ਮੁੜ ਕੇ ਸਾਰਾ ਦਿਨ ਇਹ ਟੋਕੇ ਦੇ ਟੋਕਾ ਫੇਰੀ ਜਾ, ਇਹਨੂੰ ਬਖਸ਼ੀ ਨਾ। ਇੱਥੇ ਅੰਮ੍ਰਿਤਸਰ ਦੇ ਵਿੱਚ ਵੀ 2 ਬੜੇ ਵੱਡੇ ਹਸਪੀਟਲ ਆ, ਤੇ ਇਹਨਾਂ ਨੇ ਪਤਾ ਨਹੀਂ ਕੀ ਕੀਤਾ, ਉਦੋਂ ਇੱਥੇ ਕੋਈ ਗੜਬੜ ਕੀਤੀ ਇਹਨਾਂ ਨੇ, ਕੋਈ ਕਰੋਨਾ ਵਾਇਰਸ ਟਾਈਮ ਤੇ ਜਿਹੜੇ ਪੁਲਿਸ ਮੁਲਾਜ਼ਮ ਹੁੰਦੇ ਸੀ ਫੌਜੀ, ਉਹਨਾਂ ਦੇ ਨਕਲੀ ਬਿੱਲ ਬਣਾ ਕੇ ਸੈਂਟਰ ਗੌਰਮੈਂਟ ਦਾ ਵਾਹਵਾ ਹੀ ਪੈਸਾ ਖਾ ਗਏ। ਤੇ ਇੱਕ ਤਰਫ ਦੇਖਿਆ ਜਾਵੇ ਉਹਨਾਂ ਕੋਲ ਕਰੋੜਾਂ ਰੁਪਈਆ ਵਾ, ਕਰੋੜਾਂ ਵੀ ਥੋੜਾ, ਅਰਬੀ ਹੋਣਾ। ਵੇਖ ਲਓ ਬੰਦੇ ਦੀ ਭੁੱਖ ਨਹੀਂ ਘਟਦੀ, ਕਿੱਥੇ ਖੜਨਾ ਇੰਨਾ ਪੈਸਾ। ਉਹ ਹਸਪੀਟਲ ਨੇ ਇੱਥੇ ਨਿੱਜਰ ਸਾਹਿਬ ਇੱਥੇ ਨਹਿਰ ਲਾ ਕੇ ਘੱਟੋ ਘੱਟ 20-25 ਕਿੱਲੇ ਪਹਿਲੀ ਇਕੱਠੀ ਲੈ ਲਈ ਇੱਕ ਜਗ੍ਹਾ ਤੇ ਸ਼ਹਿਰ ਦੇ ਵਿੱਚ। ਉੱਥੇ ਮੇਰੇ ਵਰਗਾ ਮੈਨੂੰ ਨਹੀਂ ਲੱਗਦਾ 300-200 ਗਜ ਦਾ ਪਲਾਟ ਲੈ ਲੇ, ਅੱਜ ਕੱਲ 15-16 ਹਜ਼ਾਰ ਰੁਪਇਆ ਗਜ ਜਗ੍ਹਾ ਹੋਣੀ ਹੈ। ਬਿਲਕੁਲ। ਉਹਨੇ 25-20 ਕਿੱਲੇ ਪਹਿਲੀ ਇਕੱਠੀ ਲਈ। ਉੱਥੇ ਹੋਰ ਪਤਾ ਨਹੀਂ ਕਿੱਥੇ ਕਿੱਡਾ ਵੱਡਾ ਹਸਪੀਟਲ ਆ, ਸਾਰੇ ਪੰਜਾਬ ਚ ਉਹਨਾਂ ਦੀਆਂ ਆਪਣੀਆਂ ਬ੍ਰਾਂਚਾਂ, ਫਿਰ ਵੀ ਬੰਦਾ ਨਹੀਂ ਬਾਜ ਆਉਂਦਾ ਇਹ ਝੱਕਾ ਮਾਰਨ ਤੋਂ। ਆਪ ਜਸਟ ਸੋਚੋ, ਸਗੋਂ ਉਹਨੂੰ ਤਾਂ ਸੇਵਾ ਕਰਨੀ ਚਾਹੀਦੀ ਕਿ ਭੋਲਿਆ ਤੂੰ ਇੰਨਾ ਪੈਸਾ ਇਕੱਠਾ ਕਰ ਲਿਆ, ਹੁਣ ਲੋਕਾਂ ਦੀ ਮਦਦ ਕਰ, ਲੋਕਾਂ ਨੂੰ ਫਾਇਦਾ ਹੋਵੇ ਤੇਰੇ ਪੈਸੇ ਦਾ। ਪਰ ਨਹੀਂ, ਉਹ ਕਹਿੰਦਾ ਨਹੀਂ ਹੋਰ ਆਉਣ। ਜਿੱਦਾਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਉਹ ਦੇਖੋ, ਉਹ ਮਾਇਆ ਨੇ ਇੰਨਾ ਉੱਤੇ ਚੜਾਤਾ, ਪਾਣ ਚੜਾਤੀ, ਉਹ ਵਿਚਾਰੇ ਨੂੰ ਪਤਾ ਨਹੀਂ ਲੱਗਣ ਦਾ ਸਹੀ ਕੀ ਹੈ ਗਲਤ ਕੀ ਹੈ। ਬਿਲਕੁਲ। ਹੁਣ ਮੁੜ ਕੇ ਇਹੋ ਜਿਹਾ ਬੰਦਾ ਉੱਥੇ ਦਰਬਾਰ ਸਾਹਿਬ ਫਿਰ ਸੋਨੇ ਦਾ ਹਾਰ ਚੜਾਵੇ ਤੇ ਕੀ ਪ੍ਰਮਾਤਮਾ ਉਹਦਾ ਹਾਰ ਨੂੰ ਸਵੀਕਾਰ ਕਰੂਗਾ? ਪਰਮਾਤਮਾ ਦਾ ਜਿਹੜਾ ਹੈ ਨਾ, ਜਿਹੜਾ ਵਿਚਾਰਾ ਰਿਕਸ਼ਾ ਵਾਹ ਕੇ 1 ਰੁਪਈਆ ਚੜਾਉਂਦਾ ਨਾ, ਉਹਦਾ ਰਿਕਸ਼ਾ ਜਿਹੜਾ ਉਹਦਾ ਪ੍ਰਵਾਨ ਹੈ ਭਾਈ। ਆਪ ਜਸਟ ਦੇਖੋ ਲੋਕੀ ਏਦਾਂ ਕਰ ਰਹੇ ਨੇ, ਪਰ ਉਹ ਕਹਿੰਦੇ ਨਹੀਂ ਏਦਾਂ ਨਾ ਕਰੋ ਬਈ, ਕਿਹਨੂੰ ਧੋਖਾ ਦੇ ਰਹੇ ਜੋ। ਪਰ ਲੋਕੀ ਕਹਿੰਦੇ ਨਹੀਂ, ਧੋਖੇ ਦਾ ਤਾਂ ਪਤਾ ਨਹੀਂ, ਪਰ ਸਾਨੂੰ ਬੜਾ ਚੰਗਾ ਲੱਗਦਾ, ਮਨ ਨੂੰ ਸ਼ਾਂਤੀ ਜੀ ਮਿਲਦੀ ਨਾ ਕਿ ਮੈਂ ਧਾਰਮਿਕ ਹਾਂ, ਕਿਉਂਕਿ ਜ਼ਿਆਦਾ ਭੀੜ ਲੋਕਾਂ ਦੀ ਇਹੋ ਹੀ ਕੁਝ ਕਰ ਰਹੀ ਹੈ। ਠੀਕ ਹੈ ਨਾ ਜੋ ਸਾਹਿਬ, ਅੱਗੇ ਚੱਲੀਏ। ਹਾਂਜੀ, ਅੱਗੇ ਫਿਰ 3-4 ਸ਼ਬਦ ਇਕੱਠੇ ਲੈਣੇ ਪੈਣੇ ਆਪਾਂ ਨੂੰ। 3 ਹੈਗਾ ਟਾਈਮ, ਹਾਲੇ ਲੈ ਲਾਂਗੇ, ਚਲੋ 3 ਸ਼ਲੋਕ ਲੈ ਲਾਂਗੇ। ਨਹੀਂ ਹੋ ਹੀ ਗਿਆ ਨੇ ਜੋ ਸਾਹਿਬ, ਮੇਰੇ ਨਾਲ ਟਾਈਮ ਅੱਜ ਦੀ ਵਿਚਾਰੇ ਇੱਥੇ ਸਮਾਪਤ ਕਰ ਦਈਏ। ਠੀਕ ਹੈ ਵੀਰ ਜੀ, ਠੀਕ ਹੈ ਜੀ, ਠੀਕ ਹੈ। ਬਟ ਸਾਧ ਸੰਗਤ ਜੀ ਜੋ ਵੀ ਹੈ ਨਾ, ਦੇਖੋ ਬਾਣੀ ਕੀ ਕਹਿੰਦੀ ਆ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਅਧੂਰੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਦੇਖੋ ਫਿਰ ਅੱਗੇ ਕਹਿੰਦੇ ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕੀਤੀ ਛੁੱਟੀ, ਠੀਕ ਹੈ। ਜਿੰਨੀ ਨਾਮ ਤੇ ਆਇਆ, ਜਿੰਨਾ ਮਿਹਨਤ ਕੀਤੀ, ਗਏ ਮਸਕਤ ਘਾਲ। ਮਸਕਤ ਦਾ ਮਤਲਬ ਹੁੰਦਾ ਮਿਹਨਤ, ਸਖਤ ਮਿਹਨਤ, ਜ਼ੋਰ ਲਾ, ਸਖਤ ਮਿਹਨਤ, ਮਸਕਤ, ਬਹੁਤ ਮਿਹਨਤ ਕੀਤੀ। ਨਾਨਕ ਤੇ ਮੁਖ ਉਜਲੇ, ਉਹ ਮੁਖ ਉਜਲੇ ਨੇ ਕੇਵਲ, ਬਿਲਕੁਲ ਓਨਲੀ ਕੀਤੀ ਛੁੱਟੀ ਨਾਲ। ਲਓ ਜੀ, ਤੇ ਫਿਰ ਛੁੱਟੀ ਆ, ਆਪਣੇ ਆਪ ਹੀ ਛੁੱਟੀ ਹੋ ਗਈ। ਤੇ ਜਦੋਂ ਇੱਥੇ ਜੀਵਨ ਹੀ ਸਾਡਾ ਏਡਾ ਮਿੱਡ ਹੈ, ਉਲਝਿਆ ਤਾਣਾ ਹੈ, ਨਾ ਹੀ ਕਿਤੇ ਸੁਲਝਾਉਣ ਦੀ ਕੋਸ਼ਿਸ਼ ਕੀਤੀ, ਉਹਦੀਆਂ ਗੁੰਝਲਾਂ ਵਧਾਈਆਂ। ਫਿਰ ਤੂੰ ਕਹਿੰਦੇ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ। ਪਰ ਠੀਕ ਹੈ, ਤੂੰ ਖੁਸ਼ ਹੈ ਇਹ ਖੇਡਾਂ ਦੇ ਵਿੱਚ, ਉਹ ਤੇਰੀ ਮਰਜ਼ੀ ਹੈ, ਖੇਡੀ ਜਾ।
ਪਰ ਇਹਦੇ ਨਾਲ ਕੀ ਹੋਵੇਗਾ, ਤੈਨੂੰ ਬਹੁਤ ਲੰਮੇ ਸਫ਼ਰ ਤੇ ਜਾਣਾ ਪਵੇਗਾ। ਔਰ ਆਲਰੇਡੀ ਤੂੰ ਬਹੁਤ ਸਫ਼ਰ ਤੈਅ ਕਰ ਲਿਆ, ਪਰ ਤੇਰੀ ਤ੍ਰਿਪਤੀ ਨਹੀਂ ਹੋ ਰਹੀ। ਇਸ ਲਈ ਕਹਿ ਰਹੇ ਨਾ ਕਿ ਬਹੁਤ ਜਨਮ ਵਿਛੜੇ थे माधो, ये जन्म तुम्हारे लेके, कई जन्म है कीट पतंगा, फिर कहते मैं कुछ कुछ बनया, बाणी च लिखा। ਉਹਦਾ ਕਾਰਨ ਇਹੋ ਹੀ ਆ ਕਿ ਬਈ ਤੂੰ ਇੱਕ ਐਸੀ ਯਾਤਰਾ ਤੇ ਨਿਕਲਿਆ ਹੈ ਨਾ, ਇੱਕ ਘੜੀ ਦੀ ਯਾਤਰਾ ਹੈ, ਤੂੰ ਪਹੁੰਚਣਾ ਨਹੀਂ ਹੈ ਕਿਤੇ। ਹਾਂ, ਇਹ ਗੱਲ ਵੱਖਰੀ ਹੈ, ਤੂੰ ਤੋਂ ਪਹੁੰਚ ਜਾਏਗਾ ਜਿੱਦਾਂ ਤੇਰੀ ਸੂਈ ਰੁਕ ਜਾਏਗੀ। ਅਜੇ ਸਾਹਿਬ ਬਿਲਕੁਲ, ਉਹ ਸੂਈ ਨੂੰ ਰੋਕਣਾ ਹੈ ਕਿ ਨਹੀਂ ਰੋਕਣਾ, ਉਹ ਤੇਰੀ ਮਰਜ਼ੀ ਹੈ ਬਈ। ਜ਼ਬਰਦਸਤੀ ਵਾਲਾ ਕੋਈ ਸੌਦਾ ਨਹੀਂ ਹੈ। ਅੱਜ ਦੀ ਵਿਚਾਰੀ ਇੱਥੇ ਸਮਾਪਤ ਜੀ। ਹਾਂਜੀ ਗੋਰਖੀ ਸਾਹਿਬ ਦੇਖ ਲਓ, ਇੱਕ ਚੀਜ਼ ਹੈਗੀ, ਦੇਖੋ ਆਪਾਂ ਜੇ ਨਹੀਂ ਭਗਤੀ ਕਰ ਰਹੇ ਨਾ ਤੇ ਫਿਰ ਉਹਨਾਂ ਨੇ ਆਪਣਾ ਕੈਲਕੂਲੇਸ਼ਨ ਕਰ ਲੈਣਾ। ਜੇ ਆਪਾਂ ਕੁਝ ਪੋਜ਼ਿਟਿਵ ਜਿਹੜਾ ਹੈਗਾ, ਜੇ ਭਲੇ ਕੰਮ ਵੀ ਕਰਦੇ ਆ, ਬੁਰੇ ਚੰਗਿਆਈਆਂ ਤੇ ਬੁਰਾਈਆਂ ਦੋਨੋਂ ਵਾਚ ਕੇ ਉਹਨਾਂ ਨੇ ਡਿਸੀਜਨ ਕਰ ਦੇਣਾ ਹੈ ਭਾਈ। ਤੇ ਜੋ ਜਿੰਨੀ ਆਪਣੇ ਅੰਦਰ ਜਿਹੜੇ ਹੈਗੇ ਆਪਣੀਆਂ ਲੀਹਾਂ ਬਣੀਆਂ ਹੋਈਆਂ, ਸੰਸਕਾਰ ਬਣੇ ਹੋਏ ਆ, ਉਹ ਉਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਸਿੱਧਾ ਕਰ ਦੇਣਾ ਜੂਨਾਂ ਦੇ ਵਿੱਚ ਪਾ ਕੇ। ਇਹ ਜੂਨਾਂ ਕੋਈ ਪਨਿਸ਼ਮੈਂਟ ਨਹੀਂ ਹੁੰਦਾ, ਜੂਨਾਂ ਜਿਹੜੀਆਂ ਪਾਉਂਦੇ ਆ ਇਹ ਜਿਹੜੀ ਹੈਗੀ। ਅੱਜ ਸਵੇਰੇ ਅਸੀਂ ਵਿਚਾਰ ਕਰ ਰਹੇ ਸੀਗੇ ਤੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਦਾ ਅਸ਼ਟਪਦੀ ਆਈ ਸੀ, ਜਿਉਂ ਆਰਣ ਲੋਹਾ ਪਾਏ ਭੰਨ ਕਢਾਈਏ, ਤਿਉਂ ਸਾਕਤ ਜੋਨੀ ਪਾਏ ਭਵੇ ਭਵਾਈਏ। ਕਹਿੰਦੇ ਜਿਵੇਂ ਲੋਹੇ ਨੂੰ ਐਰਣ ਦੇ ਉੱਤੇ ਰੱਖ ਕੇ ਨਾ, ਉਹ ਰੇਲ ਦੀ ਪਟੜੀ ਦੇ ਉੱਤੇ ਰੱਖ ਕੇ ਭੰਨ ਕੇ ਉਹਨੂੰ ਸ਼ੇਪ ਦੇ ਕੇ ਕੋਈ ਚੀਜ਼ ਬਣਾਉਂਦੇ ਆ, ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਰੱਬ ਤੋਂ ਟੁੱਟਾ ਬੰਦਾ ਜਿਹੜਾ ਹੈਗਾ ਉਹਨੂੰ ਜੂਨਾਂ ਦੇ ਵਿੱਚ ਭੁਆ ਕੇ ਜਿਹੜਾ ਹੈਗਾ ਉਹਨੂੰ ਸਿੱਧਾ ਕੀਤਾ ਜਾਂਦਾ ਹੈ। ਉਹਦੇ ਬਿੰਗ ਕੱਢੇ ਜਾਂਦੇ, ਉਹਦੇ ਸੰਸਕਾਰ ਜਿਹੜੇ ਇਸ ਤਰ੍ਹਾਂ ਮਿਟਦੇ ਆ ਮਨੁੱਖ ਜੂਨ ਦੁਬਾਰਾ ਲੈਣ ਵਾਸਤੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਾਰਨ ਸਰੀਰ ਉਹਨਾਂ ਚਿਰ ਤੱਕ ਨਸ਼ਟ ਨਹੀਂ ਹੋਵੇਗਾ ਜਿੰਨਾ ਚਿਰ ਤੱਕ ਤੁਸੀਂ ਜਿਹੜੀ ਸੇਵਿੰਗ ਕੀਤੀ ਆ ਉਹਨੂੰ ਨਸ਼ਟ ਨਹੀਂ ਕਰਦੇ। ਜਦੋਂ ਖਾਤਾ ਜ਼ੀਰੋ ਹੋ ਜਾਂਦਾ ਫਿਰ ਕਹਿੰਦੇ ਵੀ ਇਹ ਡਿਫਾਲਟਰ ਸੀ, ਇਹਨੂੰ ਫਿਰ ਚਾਂਸ ਦਿਓ, ਖਾਤਾ ਕਲੀਅਰ ਕਰ ਦਿਓ, ਇਹਨੇ ਮੂਲ ਦੇ ਦਿੱਤਾ ਵਾ, ਚਲੋ ਇਹਨੂੰ ਜਿਹੜਾ ਵਿਆਜ ਮਾਫ ਕਰ ਦਿਓ। ਫਿਰ ਉਹ ਤੁਸੀਂ ਖਾਤਾ ਫਿਰ ਖਰਾਬ ਕਰ ਲਓ। ਤੁਹਾਨੂੰ ਹੁਣ ਤੁਹਾਡੇ ਕਰਜ਼ਾ ਹੀ 5-6 ਲੱਖ ਰੁਪਈਆ ਤੁਸੀਂ ਨਹੀਂ ਦਿੱਤਾ, ਚਲੋ ਬੈਂਕ ਨੇ ਸੈਟਲਮੈਂਟ ਕਰ ਲਈ, ਇੱਕ ਦੇ ਲੀਕਾਂ ਵੱਜ ਗਈਆਂ, ਹੁਣ ਫਿਰ ਤੁਸੀਂ ਦੂਜੀ ਬੈਂਕ ਤੋਂ ਕਢਾ ਕੇ ਲੈ ਆਓ, ਕੋਈ ਨਾ ਤਾਰੋ, ਕਰਜ਼ਾ ਤੇ ਉੱਥੇ ਹੀ ਖਲੋਤਾ ਨਾ ਦੂਜਾ। ਸੋ ਇਸੇ ਤਰ੍ਹਾਂ ਤੁਹਾਡੀ ਮਰਜ਼ੀ ਹੈ ਜੀ। ਠੀਕ ਹੈ ਜੀ ਨਿਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨੂੰ ਅੱਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀ ਗਲਤੀਆਂ ਅਤੇ ਭੁੱਲਾਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਕਿ ਤੁਝ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਦੀ ਹਾਜ਼ਰੀ ਅਤੇ ਬਾਣੀ ਨੂੰ ਸਰਵਣ ਕਰਨਾ, ਹਿਰਦੇ ਵਿੱਚ ਵਸਾਉਣਾ ਮੇਰੇ ਮਾਲਿਕ, ਹਾਜ਼ਰੀ ਕਬੂਲ ਕਰਨੀ, ਜੇ ਨਿਰੋਗਤਾ ਬਖਸ਼ਣੀ, ਤੰਦਰੁਸਤੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 10 ਵਜੇ ਤੇ ਚੁੱਪ ਹੋ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ